ਉਹ ਸੁਪਰੀਮ ਕੋਰਟ ਇਹ ਚਾਹੁੰਦੀ ਹੈ, ਉਹਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਤੁਸੀਂ ਲੋਕਾਂ ਨੂੰ ਦਬਾਈ ਜਾਓਗੇ ਇਹ ਇੱਕ ਪ੍ਰੈਸ਼ਰ ਹੈ। ਆਕਸੀਜਨ ਦੀ ਜਿਹੜੀ ਮੁਫਤ ਸੇਵਾ ਕਰ ਰਿਹਾ ਸੀ ਬੰਦਾ ਉਹ, ਤੇ ਉਹਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਇਹ ਸਾਰਾ ਦਾ ਸਾਰਾ ਜਿਹੜਾ ਵਰਤਾਰਾ ਹੈ ਉਹਨਾਂ ਰਾਜਾਂ ਦੇ ਵਿੱਚੋਂ ਨਿਕਲ ਕੇ ਆ ਰਿਹਾ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ। ਵੈਕਸੀਨ ਬਣਾਉਣ ਵਾਲੀ ਕੰਪਨੀ ਆ ਸੀਰਮ, ਉਹਦੇ ਜਿਹੜੇ ਮਾਲਕ ਨੇ ਪੂਨਾਵਾਲਾ, ਉਹ ਮੁਲਕ ਛੱਡ ਕੇ ਭੱਜ ਗਏ। ਆਕਸੀਜਨ ਦੀ ਬਲੈਕ ਮਾਰਕੀਟਿੰਗ ਜਿਹੜੀ ਉਹ ਹੋ ਰਹੀ ਆ, ਔਰ ਖਾਸ ਤੌਰ ਦੇ ਉੱਤੇ ਗੰਦੀ ਸਿਆਸਤ ਜਿਹੜੀ ਆ ਖੇਡੀ ਜਾ ਰਹੀ ਹੈ। ਪਰ ਉਹ 35,000 ਤੋਂ 40,000 ਰੁਪਈਆ ਜਿਹੜਾ ਜੀ ਉਹ ਮੰਗਦੇ ਆ ਇੱਕ ਇੰਜੈਕਸ਼ਨ ਦਾ, ਜਿਹੜਾ ਕਿ ਉਹਦਾ ਮੁੱਲ ਜਿਹੜਾ ਉਹ 500 ਰੁਪਈਆ ਵੀ ਨਹੀਂਗਾ। ਸਰਕਾਰ ਕਹਿੰਦੀ ਨਹੀਂ, ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ ਸਾਨੂੰ ਮਨਜ਼ੂਰ, ਸਾਡਾ ਚੁਣਿਆ ਹੋਇਆ ਲੈਫਟੀਨੈਂਟ ਗਵਰਨਰ ਜਿਹੜਾ ਉਹ ਦਿੱਲੀ ਨੂੰ ਚਲਾਊਗਾ। ਜਿਹੜੇ 5 ਰਾਜਾਂ ਦੀਆਂ ਚੋਣਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਸੱਤਿਆਨਾਸ਼ ਕਰਕੇ ਜਿਹੜਾ ਜੀ ਉਹ ਰੱਖ ਦਿੱਤਾ ਮੁਲਕ ਦਾ। ਇਹ ਕਿਹੜੇ ਨੇਤਾ ਨੇ ਵਿਸ਼ਵ ਦੇ ਜਿਹੜੇ ਸਭ ਤੋਂ ਵੱਧ ਝੂਠ ਬੋਲਦੇ ਆ? ਕਿਸੇ ਸਮੇਂ ਡੋਨਲਡ ਟਰੰਪ ਤੇ ਮੋਦੀ ਸਾਹਿਬ ਬਰਾਬਰ ਹੀ ਚੱਲ ਰਹੇ ਸੀਗੇ। ਪ੍ਰਧਾਨ ਮੰਤਰੀ ਹੋਰਾਂ ਦਾ ਇੱਕ ਭਾਸ਼ਣ ਸੀਗਾ ਜਿਹਦੇ ਵਿੱਚ ਉਹ ਇਹ ਗੱਲ ਕਹਿੰਦੇ ਸੀਗੇ ਕਿ ਹਾਰਵਰਡ ਦੇ ਪੜ੍ਹੇ ਹੋਏ ਜਿਹੜੇ ਨੇ ਉਹ ਜ਼ਿਆਦਾ ਸਿਆਣੇ ਨਹੀਂ ਹੁੰਦੇ। ਹੁਣ ਨੀਤੀ ਆਯੋਗ ਦਾ ਮੁਖੀ ਜਿਹੜਾ ਜੀ ਉਹ ਕੋਵਿਡ ਨੂੰ ਕਿਵੇਂ ਕੰਟਰੋਲ ਕਰ ਲੂਗਾ? ਅਰਵਿੰਦ ਕੇਜਰੀਵਾਲ ਇੱਕ ਸਿੰਗਲ ਫਾਈਲ ਵੀ ਜਿਹੜੀ ਆ ਜੀ ਵੀ ਉਹਨੇ 4 ਟੂਟੀਆਂ ਵੀ ਕਿਸੇ ਜਗ੍ਹਾ ਤੇ ਲਵਾਉਣੀਆਂ ਉਹ ਲਵਾ ਨਹੀਂ ਸਕਦਾ। ਪਰਚਾ ਜਿਹੜਾ ਉਹ ਚੋਣ ਕਮਿਸ਼ਨ ਦੇ ਉੱਤੇ ਹੋਣਾ ਚਾਹੀਦਾ, ਹੱਤਿਆ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਕੋਈ ਵੇਲਾ ਸੀ ਜਦੋਂ ਕੋਵਿਡ-19 ਯਾਨੀ ਕਰੋਨਾ ਨੂੰ ਲੈ ਕੇ ਵਿਸ਼ਵ ਪੱਧਰ ਦੇ ਉੱਤੇ ਹਾਹਾਕਾਰ ਮਚੀ ਸੀ ਤੇ ਇਸ ਲਈ ਚੀਨ ਨੂੰ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ। ਕੋਈ ਵੇਲਾ ਸੀ ਜਦੋਂ ਚੀਨ, ਇਟਲੀ, ਅਮਰੀਕਾ ਅਤੇ ਹੋਰ ਵੱਡੇ ਮੁਲਕਾਂ ਦੇ ਵਿੱਚ ਇਸ ਦੀ ਬਹੁਤ ਵੱਡੀ ਮਾਰ ਪਈ ਸੀ। ਉੱਥੇ ਲਾਸ਼ਾਂ ਦੇ ਢੇਰ ਦੇਖਣ ਨੂੰ ਮਿਲੇ ਸੀ, ਲੇਕਿਨ ਉੱਥੇ ਮੁਲਕਾਂ ਨੇ ਬੜੀ ਤੇਜ਼ੀ ਨਾਲ ਇਸ ਨੂੰ ਕਾਬੂ ਪਾਇਆ ਤੇ ਉੱਥੋਂ ਦੀਆਂ ਸਰਕਾਰਾਂ ਇਸ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਹੀਆਂ ਨੇ। ਭਾਰਤ ਦੇ ਵਿੱਚ ਇਸ ਵੇਲੇ ਜਦੋਂ ਦੂਜੀ ਲਹਿਰ ਇਹਦੀ ਆਈ ਹੈ ਇਸ ਲਾਗ ਦੀ, ਤਾਂ ਹਾਹਾਕਾਰ ਮਚੀ ਹੋਈ ਹੈ। ਜਿਹੜੇ ਲਾਸ਼ਾਂ ਦੇ ਢੇਰ ਕਿਸੇ ਵੇਲੇ ਬਾਹਰਲੇ ਮੁਲਕਾਂ 'ਚ ਵੇਖਣ ਨੂੰ ਮਿਲਦੇ ਸਨ, ਉਹ ਲਾਸ਼ਾਂ ਦੇ ਢੇਰ ਅੱਜ ਕੱਲ੍ਹ ਭਾਰਤ 'ਚ ਵੇਖਣ ਨੂੰ ਮਿਲ ਰਹੇ ਨੇ। ਚਾਰੇ ਪਾਸੇ ਹਾਹਾਕਾਰ ਹੈ। ਆਕਸੀਜਨ ਨੂੰ ਲੈ ਕੇ ਵੱਡੀ ਕਮੀ ਸਾਹਮਣੇ ਆਈ ਹੈ ਤੇ ਇਸ ਵੇਲੇ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਆਖਰ ਭਾਰਤ ਦੇ ਵਿੱਚ ਇਹ ਹਾਲਤ ਪੈਦਾ ਕਿਉਂ ਹੋਏ ਨੇ। ਇਸ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਮੀਡੀਆ ਹੈ ਉਸ ਨੂੰ ਲੈ ਕੇ ਭਾਰਤ ਪ੍ਰਤੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਜਿਹੜੀ ਆ ਇਮੇਜ ਜਿਹੜੀ ਆ ਉਹ ਜਾ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ, ਤੇ ਆਪਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਾਰੇ ਹਾਲਾਤ ਦੇ ਉੱਤੇ ਇਸ ਵੇਲੇ ਕਿਸ ਤਰ੍ਹਾਂ ਦੀ ਜਿਹੜੀ ਆ ਉਹ ਅੱਗੇ ਛਵੀ ਬਣ ਰਹੀ ਹੈ, ਭਾਰਤ ਦੀ ਇਮੇਜ ਕਿਸ ਤਰ੍ਹਾਂ ਦੀ ਬਣ ਰਹੀ ਹੈ ਤੇ ਇਸ ਨੂੰ ਲੈ ਕੇ ਅੱਗੇ ਆਉਣ ਵਾਲੇ ਹਾਲਾਤ ਸੁਧਰਨ ਦੀ ਕੋਈ ਉਮੀਦ ਹੈ ਜਾਂ ਹੋਰ ਬੱਤਰ ਹੋਣਗੇ। ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ ਕੁਲਵੰਤ ਸਿੰਘ ਜੀ, ਧੰਨਵਾਦ ਔਰ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਪੰਨੂ ਸਾਹਿਬ, ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ ਕੀਤੀ ਹੈ ਕਿ ਹਾਲਾਤ ਬਹੁਤ ਮਾੜੇ ਨੇ ਕੋਵਿਡ-19 ਨੂੰ ਲੈ ਕੇ, ਤੇ ਹਰ ਬੰਦਾ ਜਿਹੜਾ ਉਹ ਇੱਕ ਦੂਜੇ ਦੇ ਉੱਤੇ ਆਪਣਿਆਂ ਦੇ ਉੱਤੇ ਹੀ ਸ਼ੱਕ ਕਰ ਰਿਹਾ ਕਿ ਕਿਤੇ ਮੈਨੂੰ ਇਹ ਲਾਗ ਨਾ ਲਾ ਕੇ ਚਲਾ ਜਾਵੇ। ਇਸ ਵੇਲੇ ਹਾਲਾਤ ਇੱਥੋਂ ਤੱਕ ਬੱਤਰ ਹੋ ਚੁੱਕੇ ਨੇ ਕਿ ਪਰਿਵਾਰ ਵੀ ਜਿਹੜਾ ਉਹ ਆਪਣਿਆਂ ਨੂੰ ਝਿੜਕਦਾ ਦਿਖਾਈ ਦਿੰਦਾ ਕਿ ਬਾਹਰ ਨਾ ਜਾਈ, ਕਿਤੇ ਕੋਵਿਡ ਦੀ ਲਾਗ ਲਵਾ ਕੇ ਸਾਨੂੰ ਵੀ ਮਾਰੇ। ਜਦੋਂ ਹਾਲਾਤ ਇੱਥੋਂ ਤੱਕ ਬੱਤਰ ਹੋ ਜਾਣ ਤਾਂ ਉਦੋਂ ਮੁਲਕ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਕਿਤੇ ਕੋਈ ਪਰਵਾਹ ਨਹੀਂ ਨਜ਼ਰ ਆਉਂਦੀ। ਅਦਾਲਤਾਂ ਜਿਹੜੀਆਂ ਉਹਨਾਂ ਨੂੰ ਝਿੜਕ ਰਹੀਆਂ ਨੇ, ਇੱਥੋਂ ਤੱਕ ਕਹਿ ਰਹੀਆਂ ਨੇ ਕਿ ਤੁਹਾਡੇ ਤੇ ਹੱਤਿਆ ਦੇ ਮੁਕੱਦਮੇ ਦਰਜ ਕੀਤੇ ਜਾਣਗੇ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਦਨਾਮੀ ਹੋ ਰਹੀ ਹੈ। ਕੀ ਕਹਿਣਾ ਚਾਹੋਗੇ? ਦੇਖੋ, ਇਹ ਹਾਲਾਤ ਵਾਕਿਆ ਹੀ ਬਹੁਤ ਜ਼ਿਆਦਾ ਖਰਾਬ ਹੋ ਗਏ ਆ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਤੇ ਇਸੇ ਕਰਕੇ ਆਪਾਂ ਨੂੰ ਵੀ ਜਿਹੜਾ ਉਹ ਆਨਲਾਈਨ ਇਹ ਗੱਲ ਕਰਨੀ ਪੈ ਰਹੀ ਆ। ਉਸ ਚੀਜ਼ ਨੂੰ ਸਾਹਮਣੇ ਰੱਖਦੇ ਆ, ਜਿਹੜੀਆਂ ਰਿਸਟ੍ਰਿਕਸ਼ਨਸ ਕੁਝ ਲੱਗੀਆਂ ਨੇ, ਕਿ ਅਸੀਂ ਵੀ ਉਹਦੀ ਉਲੰਘਣਾ ਜਿਹੜੀ ਆ ਉਹ ਨਾ ਕਰੀਏ, ਕੋਸ਼ਿਸ਼ ਕਰੀਏ ਕਿ ਇਹ ਉਲੰਘਣਾ ਨਾ ਹੋਵੇ। ਹਾਲਾਂਕਿ ਹਮੇਸ਼ਾ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਉਦੋਂ ਜਿਹੜੇ ਕੁਝ ਨਿਯਮ ਨੇ ਉਹਨਾਂ ਨੂੰ ਫੋਲੋ ਕੀਤਾ ਜਾਂਦਾ, ਜਿਹੜਾ ਕਿੰਨੇ ਡਿਸਟੈਂਸ ਦੇ ਉੱਤੇ ਤੁਸੀਂ ਬੈਠ ਰਹੇ ਹੋ, ਕੀ ਕਰ ਰਹੇ ਹੋ। ਉਹਦੇ ਬਾਵਜੂਦ ਕਿਉਂਕਿ ਇਸ ਵੇਲੇ ਇੰਨਾ ਜ਼ਿਆਦਾ ਜਿਹੜਾ ਉਹ ਫੁਹਾਰਾ ਹੈ ਬਾਹਰ ਕਿ ਹਾਲਾਤ ਕਾਬੂ ਤੋਂ ਬਾਹਰ ਹੋਏ ਪਏ ਆ ਜੀ, ਕੰਪਲੀਟ ਕਾਬੂ ਤੋਂ ਬਾਹਰ ਹੋਏ ਪਏ ਆ। ਜਿਹੜੀਆਂ ਰਿਪੋਰਟਾਂ ਹੁਣ ਆ ਰਹੀਆਂ ਨੇ ਉਹ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਮੈਸੇਜ ਦੇ ਰਹੀਆਂ ਕਿ ਜਿਹੜੇ ਐਕਸਪਰਟ ਸੀਗੇ ਉਹਨਾਂ ਦੀ ਰਾਏ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ। ਸਰਕਾਰਾਂ ਜਿਹੜੀਆਂ ਚੱਲਦੀਆਂ ਨੇ ਉਹ ਐਕਸਪਰਟ ਦੇ ਸਿਰ ਤੇ ਚੱਲਦੀਆਂ ਨੇ, ਮੁਲਕ ਐਕਸਪਰਟ ਦੇ ਸਿਰ ਦੇ ਉੱਤੇ ਚੱਲਦੇ ਆ।
ਜੋ ਕੁਝ ਐਕਸਪਰਟ ਕਹਿੰਦੇ ਆ ਉਹਦੇ ਹਿਸਾਬ ਦੇ ਨਾਲ ਜਿਹੜੀਆਂ ਪਾਲਿਸੀਜ਼ ਨੇ ਉਹ ਬਣਦੀਆਂ ਨੇ। ਜੀ ਇੱਥੇ ਇੱਕ ਜਿਹੜਾ ਉਹ ਨੀਤੀ ਆਯੋਗ ਹੈ ਉਹਦਾ ਜਿਹੜਾ ਮੁਖੀ ਸੀਗਾ ਉਹਨੂੰ ਚੁੱਕ ਕੇ ਕੋਵਿਡ ਦਾ ਹੈਡ ਲਾਤਾ। ਹੁਣ ਜੀ ਨੀਤੀ ਆਯੋਗ ਦਾ ਮੁਖੀ ਜਿਹੜਾ ਜੀ ਉਹ ਕੋਵਿਡ ਨੂੰ ਕਿਵੇਂ ਕੰਟਰੋਲ ਕਰ ਲੂਗਾ। ਦੂਸਰੀਆਂ ਜਿਹੜੀਆਂ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਅੱਜ ਕੱਲ ਪੀਐਮਓ ਪਿਛਲੇ ਸਾਲਾਂ ਤੋਂ ਪ੍ਰਾਈਮ ਮਿਨਿਸਟਰ ਆਫਿਸ ਜਿਹੜਾ ਉਹਨੇ ਐਕਸਪਰਟ ਰਾਏ ਲੈਣੀਆਂ ਬੰਦ ਕਰ ਦਿੱਤੀਆਂ ਹੋਈਆਂ ਨੇ। ਮਤਲਬ ਕਿ ਜੀ ਐਕਸਪਰਟ ਰਾਏ ਦੇ ਉੱਤੇ ਕੋਈ ਜਿਹੜਾ ਜੀ ਕਿਸੇ ਕਿਸਮ ਦਾ ਧਿਆਨ ਨਹੀਂ ਦਿੱਤਾ ਜਾਂਦਾ। ਜੀ ਉੱਥੇ ਆਲ ਐਂਡ ਆਲ ਜਿਹੜਾ ਜੀ ਉਹ ਬਸ ਇੱਕੋ ਬੰਦੇ ਦੀ ਜਿਹੜੀ ਆ ਉਹ ਚੱਲਦੀ ਹੈ। ਜਦੋਂ ਤੁਹਾਨੂੰ ਯਾਦ ਹੋਵੇ ਜਨਵਰੀ ਦੇ ਮਹੀਨੇ ਦੇ ਵਿੱਚ ਇੱਕ ਜਿਹੜੇ ਵਿਸ਼ਵ ਪੱਧਰ ਦੇ ਨੇਤਾਵਾਂ ਦੀ ਜਿਹੜੀ ਵਰਚੁਅਲ ਮੀਟਿੰਗ ਹੋਈ ਸੀ ਉਹਦੇ ਵਿੱਚ ਬੋਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਆਖੀ ਸੀਗੀ ਕਿ ਜੀ ਦੇਖੋ ਕਿੰਨਾ ਐਕਸਪਰਟ ਰੌਲਾ ਪਾ ਰਹੇ ਸੀਗੇ ਕਿ ਜਿਹੜੇ ਸਭ ਤੋਂ ਵੱਧ ਕੇਸ ਨੇ ਉਹ ਭਾਰਤ ਦੇ ਵਿੱਚ ਆਉਣਗੇ, ਇੱਥੇ ਇੰਨੀਆਂ ਮੌਤਾਂ ਹੋ ਜਾਣਗੀਆਂ, ਸਾਨੂੰ ਡਰਾ ਰਹੇ ਸੀ। ਉਹ ਕਹਿੰਦੇ ਅਸੀਂ ਸਾਰੇ ਇਹ ਐਕਸਪਰਟ ਸੀ ਉਹਨਾਂ ਨੂੰ ਫੇਲ ਕਰ ਦਿੱਤਾ ਔਰ ਫੇਲ ਕਰਕੇ ਕਹਿੰਦੇ ਕਿ ਅਸੀਂ ਜਿਹੜੀ ਸੀ ਸਭ ਤੋਂ ਪਹਿਲਾਂ ਇਹਦੇ ਉੱਤੇ ਜਿੱਤ ਪ੍ਰਾਪਤ ਜਿਹੜੀ ਉਹ ਕਰ ਲਈ। ਉਹ ਇਹ ਗੱਲ ਜਿਹੜੀ ਉਹ ਕਹਿ ਰਹੇ ਆ। ਜੇ ਥੋੜਾ ਹੋਰ ਤੁਸੀਂ ਹੋਰ ਪਿੱਛੇ ਜਾਓ, ਜੇ ਇਹਨੂੰ ਤੁਸੀਂ ਘੋਖਣਾ ਹੋਵੇ ਤੇ ਅੱਜ ਉਹ ਚੀਜ਼ਾਂ ਤਾਂ ਸਾਰੀਆਂ ਚੇਤੇ ਆਉਂਦੀਆਂ ਨੇ ਨਾ। ਜਦੋਂ ਪ੍ਰਧਾਨ ਮੰਤਰੀ ਹੋਰਾਂ ਦਾ ਇੱਕ ਭਾਸ਼ਣ ਸੀਗਾ ਜਿਹਦੇ ਵਿੱਚ ਉਹ ਇਹ ਗੱਲ ਕਹਿੰਦੇ ਸੀਗੇ ਕਿ ਹਾਰਵਰਡ ਦੇ ਪੜ੍ਹੇ ਹੋਏ ਜਿਹੜੇ ਨੇ ਉਹ ਜ਼ਿਆਦਾ ਸਿਆਣੇ ਨਹੀਂ ਹੁੰਦੇ, ਜਾਂ ਹਾਰਵਰਡ ਦੇ ਪੜ੍ਹੇ ਹੋਏ ਜਿਹੜੇ ਨੇ ਉਹ ਬਿਹਤਰ ਨਹੀਂ ਚਲਾ ਸਕਦੇ, ਹਾਰਡ ਵਰਕ ਵਾਲੇ ਜਿਹੜਾ ਜੀ ਉਹ ਜ਼ਿਆਦਾ ਬਿਹਤਰ ਚਲਾ ਸਕਦੇ ਆ। ਕੁਲਵੰਤ ਸਿੰਘ ਜੀ ਇਹ ਗੱਲ ਤਾਂ ਮੰਨੀ ਨਹੀਂ ਨਾ ਜਾ ਸਕਦੀ। ਜਿੱਥੇ ਇੱਕ ਅਨਪੜ੍ਹ ਬੰਦੇ ਦੀ ਅਕਲ ਖਤਮ ਹੁੰਦੀ ਆ, ਇੱਕ ਪੜ੍ਹੇ ਲਿਖੇ ਬੰਦੇ ਦੀ ਅਕਲ ਉੱਥੋਂ ਸ਼ੁਰੂ ਹੁੰਦੀ ਆ। ਤੁਸੀਂ ਹਾਰਵਰਡ ਵਰਗੀ ਜਿਹੜੀ ਯੂਨੀਵਰਸਿਟੀ ਆ ਜਿਹਦਾ ਡੰਕਾ ਦੁਨੀਆ ਦੇ ਵਿੱਚ ਵੱਜਦਾ, ਤੁਸੀਂ ਉਹਦੀ ਪੜ੍ਹਾਈ ਨੂੰ ਚੈਲੰਜ ਨਹੀਂ ਕਰ ਸਕਦੇ, ਕਿਸੇ ਵੀ ਹਾਲਤ 'ਚ ਨਹੀਂ ਕਰ ਸਕਦੇ। ਔਰ ਉੱਥੋਂ ਦੇ ਪੜ੍ਹੇ ਹੋਏ ਜਿਹੜੇ ਨੇ ਉਹ ਦੁਨੀਆ ਚਲਾ ਰਹੇ ਆ। ਤੁਸੀਂ ਇਹ ਕਹੋ ਕਿ ਉੱਥੋਂ ਦੀਆਂ ਡਿਗਰੀਆਂ ਹੀ ਕੁਛ ਨਹੀਂ, ਉਹਨਾਂ ਦੇ ਕੋਈ ਮਾਇਨੇ ਨਹੀਂਗੇ। ਹਾਰਡ ਵਰਕ ਤਾਂ ਸਭ ਤੋਂ ਵੱਧ ਇੱਕ ਜਿਹੜਾ ਮਜ਼ਦੂਰ ਵਿਚਾਰਾ ਧੁੱਪ 'ਚ ਕੰਮ ਕਰਦਾ, ਜਿਹੜਾ ਸਿਰ ਦੇ ਉੱਤੇ ਇੱਟਾਂ ਤੇ ਸੀਮੈਂਟ ਢੋਂਦਾ, ਉਹ ਸਭ ਤੋਂ ਜ਼ਿਆਦਾ ਹਾਰਡ ਵਰਕ ਕਰਦਾ। ਇੱਕ ਰਿਕਸ਼ਾ ਖਿੱਚਣ ਵਾਲਾ ਜਿਹੜਾ ਬੰਦਿਆਂ ਨੂੰ ਬਿਠਾ ਕੇ ਰਿਕਸ਼ਾ ਖਿੱਚਦਾ, ਹਾਰਡ ਵਰਕ ਤਾਂ ਸਭ ਤੋਂ ਵਿਚਾਰਾ ਉਹ ਜ਼ਿਆਦਾ ਕਰਦਾ। ਉਹਦੇ ਜਿੰਨਾ ਹਾਰਡ ਵਰਕ ਕੌਣ ਕਰਦਾ? ਪਰ ਜੇ ਆਪਾਂ ਇਹ ਕਹੀਏ ਕਿ ਉਹ ਢਾਂਚੇ ਨੂੰ ਜਾਂ ਸਿਸਟਮ ਨੂੰ ਚਲਾ ਲੂਗਾ, ਇਹ ਤਾਂ ਪੋਸੀਬਲ ਨਹੀਂ ਨਾ ਹੈਗਾ। ਇਹ ਕਿਸੇ ਤਰੀਕੇ ਨਾਲ ਪੋਸੀਬਲ ਨਹੀਂ ਸੀ। ਇਹ ਚੀਜ਼ਾਂ ਸਾਹਮਣੇ ਆਉਣੀਆਂ ਸੀ, ਕਿਸੇ ਨਾ ਕਿਸੇ ਰੂਪ 'ਚ ਆਉਣੀਆਂ ਸੀਗੀਆਂ। ਜੇ ਤੁਸੀਂ ਭਾਰਤ ਦੇ ਅਰਥਚਾਰੇ ਤੋਂ ਜਿਹੜਾ ਜੀ ਉਹ ਲੈ ਲਓ, ਭਾਰਤ ਦਾ ਅਰਥਚਾਰਾ ਅੱਜ ਕਿੱਥੇ ਖੜਾ? ਉਹ ਤਕਰੀਬਨ ਡਾਵਾਡੋਲ ਹੋ ਗਿਆ। ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਦੇ ਵੇਲੇ ਉਹ ਕਿੱਥੇ ਇਹਨੂੰ ਜਿਹੜਾ ਲੈ ਗਏ ਸਨ, ਤੇ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਇਹ ਕਿੱਥੇ ਜਿਹੜਾ ਉਹ ਖੜਾ? ਇੱਕ ਚੀਜ਼ ਜਿਹੜੀ ਜੀ ਉਹ ਕਰ ਦਿੱਤੀ, ਬੋਲੀ ਚੱਲੋ, ਚਾਹੇ ਝੂਠ ਬੋਲੀ ਚੱਲੋ ਸਾਰੀ ਦਿਹਾੜੀ, ਔਰ ਝੂਠ ਹੀ ਬੋਲੀ ਗਏ, ਝੂਠ ਤੇ ਝੂਠ ਬੋਲੀ ਗਏ, ਹਰ ਗੱਲ ਦੇ ਉੱਤੇ ਝੂਠ ਬੋਲੀ ਗਏ। ਇੱਥੋਂ ਤੱਕ ਆ ਗਿਆ ਕਿ ਇਹ ਗੱਲ ਜਿਹੜੀਆਂ ਐਕਸਪਰਟ ਕਹਿਣ ਲੱਗੇ ਕਿ ਕਿਹੜੇ ਨੇਤਾ ਨੇ ਵਿਸ਼ਵ ਦੇ ਜਿਹੜੇ ਸਭ ਤੋਂ ਵੱਧ ਝੂਠ ਬੋਲਦੇ ਆ। ਕਿਸੇ ਸਮੇਂ ਡੋਨਲਡ ਟਰੰਪ ਤੇ ਮੋਦੀ ਸਾਹਿਬ ਬਰਾਬਰ ਹੀ ਚੱਲ ਰਹੇ ਸੀਗੇ। ਇਹ ਹਾਲਾਤ ਜਿਹੜੇ ਜੀ ਉਹ ਬਣੇ ਹੋਏ ਆ ਕਿ ਇੰਨੇ ਝੂਠ ਜਿਹੜੇ ਉਹ ਮੁਲਕ ਦੇ ਇੱਕ ਬੇਹੱਦ ਉੱਚ ਅਹੁਦੇ ਦੇ ਉੱਤੇ ਬੈਠਾ ਹੋਇਆ ਜਿਹੜਾ ਵਿਅਕਤੀ ਬੋਲ ਰਿਹਾ ਹੋਵੇ, ਜਿਹਦਾ ਮਕਸਦ ਇੱਕੋ ਹੋਵੇ ਕਿ ਚੋਣਾਂ ਕਿਵੇਂ ਜਿੱਤਣੀਆਂ ਨੇ, ਔਰ ਉਹ ਜਿਹੜੇ ਤਰੀਕੇ ਨਾਲ ਗੱਲ ਕਰਦਾ ਕਿਤਨੇ ਦੇ ਦੂੰ, 5,000 ਕਰੋੜ ਦੇ ਦੂੰ, 10,000 ਕਰੋੜ ਦੇ ਦੂੰ, 50,000 ਕਰੋੜ ਦੇ ਦੂੰ, 90,000 ਕਰੋੜ ਦੇ ਦੂੰ, ਉਹ ਜਿੱਦਾਂ ਦੀਆਂ ਗੱਲਾਂ ਕਰਦਾ, ਜਿਸ ਤਰੀਕੇ ਦੇ ਨਾਲ ਉਹ ਗੱਲਾਂ ਜਿਹੜੀਆਂ ਉਹ ਕਰਦਾ, ਉਹ ਕਿਸੇ ਇੱਕ ਬੇਹੱਦ ਮੈਚੁਰ ਲੀਡਰ ਦੀਆਂ ਗੱਲਾਂ ਨਹੀਂ ਗਈਆਂ। ਉਹਦੇ ਵਿੱਚੋਂ ਇੱਕ ਮੈਚੁਰ ਪਰਸਨੈਲਿਟੀ ਜਿਹੜੀ ਉਹ ਨਹੀਂ ਝਲਕਦੀ, ਜਿਹੜੀ ਕਿ ਝਲਕਣੀ ਚਾਹੀਦੀ ਹੈ ਜਦੋਂ ਉਹ ਗੱਲ ਕਰੇ। ਡਾਕਟਰ ਸਾਹਿਬ ਦੇ ਬਾਰੇ ਦੇ ਉੱਤੇ ਇੱਕ ਲੱਗਦਾ ਹੁੰਦਾ ਸੀਗਾ ਕਿ ਉਹ ਮੌਨ ਧਾਰੀ ਰੱਖਦੇ ਨੇ। ਉਹ ਮੌਨ ਧਾਰ ਕੇ ਕਿੰਨਾ ਕੰਮ ਕਰਦੇ ਰਹੇ, ਅੱਜ ਲੋਕਾਂ ਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ। ਤੁਸੀਂ ਪਾਰਟੀ ਨੂੰ ਸਾਈਡ ਤੇ ਕਰ ਦੇਣਾ, ਪਾਰਟੀ ਨਾ ਇਹ ਸੋਚਣਾ ਕਿ ਉਹ ਕਿਹੜੀ ਪਾਰਟੀ ਦੇ ਵਿੱਚੋਂ ਸਨ। ਮੈਂ ਪਰਸਨੈਲਿਟੀ ਦੀ ਗੱਲ ਜਿਹੜੀ ਜੀ ਉਹ ਕਰ ਰਿਹਾ। ਡਾਕਟਰ ਸਾਹਿਬ ਦੀ ਪਰਸਨੈਲਿਟੀ ਜਿਹੜੀ ਸੀ ਉਹ ਬਿਨਾਂ ਬੋਲੇ ਤੋਂ ਬੋਲਦੀ ਸੀ। ਵਿਸ਼ਵ ਉਹਨਾਂ ਦੀ ਗੱਲ ਦਾ ਲੋਹਾ ਮੰਨਦਾ। ਉਹਨਾਂ ਨੇ ਇੱਕ ਚਿੱਠੀ ਲਿਖੀ ਕੁਝ ਹਫ਼ਤੇ ਪਹਿਲਾਂ, ਜਿਹੜੀ ਉਹਨਾਂ ਨੇ ਸਰਕਾਰ ਨੂੰ ਲਿਖੀ, ਔਰ ਇਹ ਆਖਿਆ ਕਿ ਜੇ ਬਈ ਤੁਸੀਂ ਇਹਦੇ ਉੱਤੇ ਕੰਟਰੋਲ ਨਾ ਕੀਤਾ ਤੇ ਇਹ ਮਹਾਮਾਰੀ ਤੁਹਾਨੂੰ ਲੈ ਕੇ ਬਹਿ ਜਾਊਗੀ। ਉਹਨਾਂ ਨੇ ਇਹਦੇ ਵਿੱਚ ਆਕਸੀਜਨ, ਇਹਦੇ ਵਿੱਚ ਜਿਹੜਾ ਵੈਕਸੀਨੇਸ਼ਨ ਆ ਉਹਦਾ ਜ਼ਿਕਰ ਕੀਤਾ। ਇਹ ਕਿਹਾ ਕਿ ਵੰਡ ਪ੍ਰਣਾਲੀ ਜਿਹੜੀ ਆ ਉਹ ਸੁਧਰਨੀ ਚਾਹੀਦੀ ਹੈ ਜੀ। ਉਹਦੀ ਚਿੱਠੀ ਜਿਹੜੀ ਸੀ ਡਾਕਟਰ ਸਾਹਿਬ ਦੀ ਚਿੱਠੀ, ਉਹਨੂੰ ਮਜ਼ਾਕ ਉਡਾਇਆ ਗਿਆ। ਭਾਰਤੀ ਜਨਤਾ ਪਾਰਟੀ ਦੇ ਬੁਲਾਰਿਆਂ ਨੇ ਵੱਖ-ਵੱਖ ਚੈਨਲਾਂ ਦੇ ਉੱਤੇ ਬੈਠ ਕੇ ਮਜ਼ਾਕ ਉਡਾਇਆ ਉਹਨਾਂ ਦਾ, ਡਾਕਟਰ ਸਾਹਿਬ ਦਾ। ਮਜ਼ਾਕ ਨਾ ਉਡਾਉਂਦੇ ਚੁੱਪ ਰਹਿੰਦੇ। ਉਹ ਤੁਸੀਂ ਇਹ ਕਹਿ ਲਓ ਕਿ 15 ਦਿਨਾਂ ਦੇ ਵਿੱਚ ਸਾਰੀ ਸਿਚੁਏਸ਼ਨ ਉਹੀ ਹੋ ਗਈ ਜਿਸ ਦਾ ਡਰ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਆਪਣੀ ਚਿੱਠੀ ਦੇ ਵਿੱਚ ਜਿਹੜਾ ਜੀ ਉਹ ਲਿਖਿਆ ਸੀ। ਅੱਜ ਹਾਲਾਤ ਜਿਹੜੇ ਇਹ ਹੋ ਗਏ
ਕਿ ਆਕਸੀਜਨ ਮਿਲ ਨਹੀਂ ਰਹੀ, ਆਕਸੀਜਨ ਤੋਂ ਬਿਨਾਂ ਲਗਾਤਾਰ ਬੰਦੇ ਜਿਹੜੇ ਆ ਉਹਨਾਂ ਦੀ ਮੌਤ ਹੋ ਰਹੀ ਹੈ। ਹਸਪਤਾਲਾਂ ਦੇ ਵਿੱਚ ਚੀਕ ਚਿਹਾੜਾ ਪਿਆ ਹੋਇਆ। ਜਿਹੜੇ ਇਹ ਕਰੋਨਾ ਦੇ ਵਾਸਤੇ ਇੱਕ ਦਵਾਈ ਵਰਤੀ ਜਾਂਦੀ ਹੈ ਰੈਮਡੇਸਿਵਿਰ, ਉਹ ਮੇਰੇ ਕੋਈ ਜਾਣਕਾਰ ਨੇ, ਉਹਨਾਂ ਨੂੰ ਚਾਹੀਦੀ ਸੀਗੀ ਤੇ ਉਹ ਕਹਿੰਦੇ ਕਿ ਪਤਾ ਕਰ ਦਿਓ। ਕਿਸੇ ਦੇ ਰਾਹੀਂ ਪਤਾ ਕੀਤਾ, ਕਹਿੰਦੇ ਥੋੜੀ ਤਾਂ ਹੈਗੀ ਆ ਕਿਸੇ ਦੇ ਕੋਲੇ, ਪਰ ਉਹ 35,000 ਤੋਂ 40,000 ਰੁਪਈਆ ਜਿਹੜਾ ਜੀ ਉਹ ਮੰਗਦੇ ਆ ਇੱਕ ਇੰਜੈਕਸ਼ਨ ਦਾ, ਜਿਹੜਾ ਕਿ ਉਹਦਾ ਮੁੱਲ ਜਿਹੜਾ ਉਹ 500 ਰੁਪਈਆ ਵੀ ਨਹੀਂਗਾ। ਆਕਸੀਜਨ ਦੀ ਬਲੈਕ ਮਾਰਕੀਟਿੰਗ ਜਿਹੜੀ ਉਹ ਹੋ ਰਹੀ ਆ, ਔਰ ਖਾਸ ਤੌਰ ਦੇ ਉੱਤੇ ਗੰਦੀ ਸਿਆਸਤ ਜਿਹੜੀ ਆ ਖੇਡੀ ਜਾ ਰਹੀ ਆ। ਜਿਹੜੇ ਗੈਰ ਭਾਜਪਾਈ ਰਾਜ ਨੇ ਉਹਨਾਂ ਨੂੰ ਥੱਲੇ ਲਾਉਣ ਦੇ ਵਾਸਤੇ ਉੱਥੇ ਜਿਹੜੀ ਵੰਡ ਹੈ ਉਹ ਘੱਟ ਕੀਤੀ ਜਾ ਰਹੀ ਹੈ। ਦਿੱਲੀ ਦੇ ਹਾਲਾਤ ਸਭ ਦੇ ਸਾਹਮਣੇ ਨੇ। ਦਿੱਲੀ ਦੇ ਵਿੱਚ ਲਗਾਤਾਰ ਲੋਕਾਂ ਦੀ ਮੌਤ ਹੋ ਰਹੀ ਹੈ। ਉੱਥੇ ਅਜੇ ਵੀ ਆਕਸੀਜਨ ਜਿਹੜੀ ਆ ਉਹ ਪ੍ਰੋਪਰ ਨਹੀਂ ਪਹੁੰਚਾਈ ਜਾ ਰਹੀ। ਸਰਕਾਰਾਂ ਜਿਹੜੀਆਂ ਨੇ ਉਹ ਹੱਥ ਜੋੜੀ ਜਾਂਦੇ ਨੇ, ਦਿੱਲੀ ਸਰਕਾਰ ਵਾਲੇ, ਸੈਂਟਰ ਵਾਲੇ ਉਹਦੇ ਤੇ ਦੋਸ਼ ਲਾਈ ਜਾਂਦੇ ਆ, ਨਹੀਂ ਜੀ ਅਸੀਂ ਤਾਂ ਭੇਜ ਰਹੇ ਹਾਂ, ਇਹਨਾਂ ਕੋਲੋਂ ਜਿਹੜੀ ਉਹ ਲਿਆਂਦੀ ਨਹੀਂ ਜਾ ਰਹੀ। ਦਿੱਲੀ ਹਾਈ ਕੋਰਟ ਨੇ ਇੱਥੋਂ ਤੱਕ ਕਹਿਤਾ ਕਿ ਤੁਸੀਂ ਇਹਦੇ ਉੱਤੇ ਸਿਆਸਤ ਕਰਕੇ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਕੋਲੋਂ ਲਿਆਂਦੀ ਨਹੀਂ ਜਾ ਰਹੀ। ਰਿਸਪੌਂਸਿਬਿਲਿਟੀ ਤੁਹਾਡੀ ਵੀ ਹੈ। ਤੁਸੀਂ ਦੇਖੋ ਕਿ ਜਿਹੜਾ ਇੱਕ ਇਹਨਾਂ ਨੇ ਕਾਨੂੰਨ ਪਾਸ ਕੀਤਾ ਸੀਗਾ ਪਿਛਲੇ ਲੋਕ ਸਭਾ ਸੈਸ਼ਨ ਦੇ ਵਿੱਚ, ਦਿੱਲੀ ਸਰਕਾਰ ਦੀਆਂ ਸਾਰੀਆਂ ਪਾਵਰਾਂ ਜਿਹੜੀਆਂ ਸੀ ਉਹ ਖੋਹ ਕੇ ਲੈਫਟੀਨੈਂਟ ਗਵਰਨਰ ਨੂੰ ਦੇ ਦਿੱਤੀਆਂ ਸੀਗੀਆਂ। ਪਿਛਲੇ ਹਫਤੇ ਅੱਜ ਤੋਂ 4 ਦਿਨ ਪਹਿਲਾਂ ਉਹ ਇਹਨਾਂ ਨੇ ਇੰਪਲੀਮੈਂਟ ਕਰ ਦਿੱਤਾ। ਅਰਵਿੰਦ ਕੇਜਰੀਵਾਲ ਇੱਕ ਸਿੰਗਲ ਫਾਈਲ ਵੀ ਜਿਹੜੀ ਆ ਜੀ ਵੀ ਉਹਨੇ 4 ਟੂਟੀਆਂ ਵੀ ਕਿਸੇ ਜਗ੍ਹਾ ਤੇ ਲਵਾਉਣੀਆਂ ਉਹ ਲਵਾ ਨਹੀਂ ਸਕਦਾ। ਉਹਨੂੰ ਉਹ ਫਾਈਲ ਜਿਹੜੀ ਆ ਲੈਫਟੀਨੈਂਟ ਗਵਰਨਰ ਦੇ ਕੋਲੇ ਭੇਜਣੀ ਪਊਗੀ। ਜਦੋਂ ਪਹਿਲਾਂ ਇਹ ਪੀਕ ਆਇਆ ਸੀ ਉਦੋਂ ਇਹਨਾਂ ਨੇ ਖੇਤੀ ਦੇ ਆਰਡੀਨੈਂਸ ਲਿਆਂਦੇ ਸੀਗੇ। ਹੁਣ ਇਹਨਾਂ ਨੇ ਉਹ ਰਾਜ ਦੇ ਹੱਥ ਵੱਢ ਕੇ ਜਿਹੜੇ ਜੀ ਉਹ ਲੈਫਟੀਨੈਂਟ ਗਵਰਨਰ ਦੇ ਹੱਥਾਂ 'ਚ ਦੇਤੇ। ਲੋਕਾਂ ਨੇ ਸਰਕਾਰ ਚੁਣੀ ਸੀ, ਸਰਕਾਰ ਕਹਿੰਦੀ ਨਹੀਂ ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ ਸਾਨੂੰ ਮਨਜ਼ੂਰ, ਸਾਡਾ ਚੁਣਿਆ ਹੋਇਆ ਲੈਫਟੀਨੈਂਟ ਗਵਰਨਰ ਜਿਹੜਾ ਉਹ ਦਿੱਲੀ ਨੂੰ ਚਲਾਊਗਾ। ਐਸੀ ਗੰਦੀ ਰਾਜਨੀਤੀ ਜਿਹੜੀ ਆ ਜੀ ਉਹ ਸ਼ੁਰੂ ਹੋ ਗਈ। ਇਸ ਰਾਜਨੀਤੀ ਦੇ ਵਿੱਚ ਲੋਕ ਜਿਹੜੇ ਆ ਜੀ ਉਹ ਪਿਸਣੇ ਸ਼ੁਰੂ ਹੋ ਗਏ। ਲੋਕ ਪਿਸਣੇ ਤਾਂ ਛੱਡੋ, ਤੁਸੀਂ ਲੋਕ ਮਰਨੇ ਸ਼ੁਰੂ ਹੋ ਗਏ। ਅੱਜ ਹਾਲਾਤ ਜਿਹੜੇ ਇਹ ਬਣੇ ਪਏ ਆ, ਅੱਜ ਤੱਕ ਕਦੀ ਸੁਣਿਆ ਸੀ? ਮਹਾਮਾਰੀਆਂ ਦੇ ਬਾਰੇ ਦੇ ਵਿੱਚ ਅਸੀਂ ਇਤਿਹਾਸ ਪੜ੍ਹਿਆ। ਜਿਹੜੀ ਸਾਡੀ ਪੀੜ੍ਹੀ ਆ, ਮੇਰੇ ਵਾਲੀ ਪੀੜ੍ਹੀ ਆ, ਤੁਸੀਂ ਉਹਦੇ ਨਾਲ ਆਉਂਦੇ ਹੋ, ਸਾਡੇ ਤੋਂ ਛੋਟੇ ਨੇ ਜਿਹੜੇ ਉਹ, ਸਾਡੇ ਤੋਂ ਵੱਡੇ ਨੇ ਜਿਹੜੇ ਉਹ, ਤਕਰੀਬਨ ਜੇ ਆਪਾਂ ਐਵਰੇਜ ਏਜ ਜਿਹੜੀ ਲਾ ਕੇ ਚੱਲੀਏ 85 90 87, ਹੁਣ ਤਾਂ ਇਦੋਂ ਵੀ ਘੱਟ ਰਹਿ ਗਈ। ਹੁਣ ਤਾਂ 70 ਦੇ ਨੇੜੇ ਤੇੜੇ ਵੱਡਾ ਕਰਨ ਲੱਗ ਜਾਂਦੇ, ਜਲੇਬ ਪਾਉਣ ਲੱਗ ਜਾਂਦੇ ਆ। ਜਿਹੜੇ ਉਹ ਵੀ ਨੇ 85 88 ਵਾਲੇ ਵੀ, ਉਹਨਾਂ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਮੇਰਾ ਖਿਆਲ ਐਡੀ ਵੱਡੀ ਮਹਾਮਾਰੀ ਨਹੀਂ ਵੇਖੀ। ਮਹਾਮਾਰੀਆਂ ਬੜੀਆਂ ਆਈਆਂ ਨੇ, ਇਹ ਪਹਿਲੀ ਆ ਮਹਾਮਾਰੀ ਸ਼ਾਇਦ ਇਦਾਂ ਦੀ ਜਿਹਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਮ੍ਰਿਤਕ ਸਰੀਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਔਰ ਉਹਨਾਂ ਮ੍ਰਿਤਕ ਸਰੀਰਾਂ ਨੂੰ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰਨ ਦੇ ਵਾਸਤੇ ਜਗ੍ਹਾ ਨਹੀਂ ਜਿਹੜੀ ਉਹ ਮਿਲ ਰਹੀ। ਸ਼ਮਸ਼ਾਨ ਘਾਟਾਂ ਦੇ ਵਿੱਚ 24 ਘੰਟੇ ਸੰਸਕਾਰ ਹੋ ਰਹੇ ਆ, ਬਲਕਿ ਕੁਝ ਥਾਵਾਂ ਦੇ ਉੱਤੇ ਰਿਸ਼ਤੇਦਾਰਾਂ ਦੀ ਸਹਿਮਤੀ ਲੈ ਕੇ ਸਮੂਹਕ ਸੰਸਕਾਰ ਹੋ ਰਹੇ ਆ। 4 5 ਡੈੱਡ ਬੋਡੀਜ਼ ਜਿਹੜੀਆਂ ਨੇ ਉਹ ਇਕੱਠੀਆਂ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ। ਇਹ ਹਾਲਾਤ ਮੁਲਕ ਦੇ ਬਣੇ ਪਏ ਆ। ਜਿਹੜੀਆਂ ਮੌਤਾਂ ਦੱਸੀਆਂ ਜਾ ਰਹੀਆਂ ਨੇ, ਐਕਸਪਰਟ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਆ ਕਿ ਇਹ ਮੌਤਾਂ ਦੀ ਗਿਣਤੀ ਜਿਹੜੀ ਆ, ਜਿਹੜਾ ਸਰਕਾਰੀ ਅੰਕੜਾ ਕਹਿੰਦਾ ਉਹਦੇ ਤੋਂ 5 ਗੁਣਾ ਵੱਧ ਜਿਹੜੀ ਉਹ ਹੋ ਰਹੀ ਹੈ। ਜਿਹੜੀ ਰਿਪੋਰਟ ਆ ਰਹੀ ਆ ਉਹ ਤਾਂ ਉਹ ਆ ਜਿਹੜੇ ਟੈਸਟ ਹੋ ਰਹੇ ਆ। ਤੁਸੀਂ ਸੋਚ ਸਕਦੇ ਕਿੰਨੇ ਕੁ ਟੈਸਟ ਜਿਹੜੇ ਦੀ ਹੋ ਰਹੇ ਆ, ਆਪਣੇ ਆਲੇ ਦੁਆਲੇ ਝਾਤੀ ਮਾਰ ਲੈਣਾ ਕਿੰਨੇ ਟੈਸਟ ਜਿਹੜੇ ਹੋ ਰਹੇ ਆ। ਜਿਹੜੇ ਕੁਝ ਫਿਕਰਮੰਦ ਲੋਕ ਨੇ ਉਹੀ ਟੈਸਟ ਕਰਾਉਣ ਜਾ ਰਹੇ ਆ ਨਾ, ਮੈਕਸਿਮਮ ਲੋਕ ਤਾਂ ਨਹੀਂ ਜਾ ਰਹੇ। ਜੇ ਟੈਸਟ ਹੋਣ ਲੱਗ ਜਾਣ ਤੇ ਇੱਥੇ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨੇ ਇੱਕ ਦਿਨ ਦੇ ਵਿੱਚ ਜਿਹੜੇ ਦੀ ਉਹ ਪੋਜ਼ਿਟਿਵ ਆਉਣੇ ਨੇ, ਜਿਸ ਕਿਸਮ ਦੇ ਹਾਲਾਤ ਜਿਹੜੇ ਬਣੇ ਹੋਏ ਆ। ਔਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਮੈਂ ਕੁਲਵੰਤ ਸਿੰਘ ਦੀ ਦੇਖੀ ਆ ਉਹ ਆ, ਜਿਨ੍ਹਾਂ ਸੂਬਿਆਂ ਦੇ ਵਿੱਚ ਕੁਪੋਸ਼ਣ ਰਿਹਾ ਪਿਛਲੇ ਸਮੇਂ ਦੇ ਦੌਰਾਨ, ਲੋਕ ਜਿਹੜੇ ਵੱਡੇ ਨਹੀਂ ਜਿਹੜਾ ਦੀ ਜਦੋਂ ਵੱਡੇ ਹੋਏ ਨੇ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਵੱਡੇ ਹੋਏ ਨੇ, ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਇਹਦਾ ਇਫੈਕਟ ਪਿਆ। ਹਾਲਾਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਕੁਪੋਸ਼ਣ ਵਾਲਿਆਂ ਦੇ ਉੱਤੇ ਪਿਆ, ਬਲਕਿ ਨਾਮਵਰ ਹਸਤੀਆਂ ਜਿਹੜੀਆਂ MLA, ਈਵਨ ਜਿਹੜੇ ਬਿਹਾਰ ਦੇ ਚੀਫ ਸੈਕਟਰੀ, ਉਹਨਾਂ ਦੀ ਮੌਤ ਵੀ ਇਹਦੇ ਨਾਲ ਹੋਈ ਹੈ। ਪੱਤਰਕਾਰ ਭਾਈਚਾਰੇ ਦੇ ਵਿੱਚ ਰੋਹਿਤ ਜਿਹੜੇ ਸਰਦਾਨਾ ਨੇ, ਉਹਨਾਂ ਦੀ ਮੌਤ ਵੀ ਇਹਦੇ ਨਾਲ ਜਿਹੜੀ ਆ ਉਹ ਹੋਈ ਆ। ਮਤਲਬ ਕਿ ਨਾਮਵਰ ਹਸਤੀਆਂ ਜਿਹੜੀਆਂ ਨੇ ਉਹਨਾਂ ਦੀ ਮੌਤ ਵੀ ਹੋਈ ਆ। ਪਰ ਜਿੱਥੇ ਜ਼ਿਆਦਾ ਪਾਪੂਲੇਸ਼ਨ ਆ, ਜਿੱਥੇ ਕੰਜਸਟਡ ਏਰੀਆਸ ਨੇ, ਉਹਨਾਂ ਦੇ ਵਿੱਚ ਇਹਦਾ ਬਿਨਾਂ ਕਿਸੇ ਸ਼ੱਕ ਦੇ ਪ੍ਰਕੋਪ ਬਹੁਤ ਜ਼ਿਆਦਾ, ਔਰ ਇਹ ਘਟਣ ਦੀ ਜਗ੍ਹਾ ਦੇ ਉੱਤੇ ਹਰ ਰੋਜ਼ ਉੱਪਰ ਨੂੰ ਜਿਹੜਾ ਉਹ ਤੁਰਿਆ ਜਾ ਰਿਹਾ। 4 ਲੱਖ ਨੂੰ ਹੱਥ ਜਿਹੜਾ ਦੀ ਉਹ ਇਹ ਲਾ ਆ। ਅਜੇ ਐਕਸਪਰਟ ਕਹਿੰਦੇ ਆ
ਕਿ ਰਾਹਤ ਦੀ ਕੋਈ ਉਮੀਦ ਨਹੀਂ ਗੀ, ਘੱਟੋ ਘੱਟ ਅਗਲੇ 15 ਦਿਨ ਅਜੇ ਕਿਸੇ ਕਿਸਮ ਦੀ ਰਾਹਤ ਦੀ ਉਮੀਦ ਨਹੀਂ ਗੀ। ਉਦੋਂ ਤੱਕ ਕਿੰਨਾ ਨੁਕਸਾਨ ਹੋਣਾ, ਕਿਉਂਕਿ ਨੁਕਸਾਨ ਤਾਂ ਰੋਕਿਆ ਜਾ ਸਕਦਾ, ਮੈਂ ਫਿਰ ਕਹੂੰਗਾ, ਜੇ ਤੁਹਾਡੇ ਕੋਲੇ ਇੰਤਜ਼ਾਮ ਹੋਣ। ਰੈਮਡੇਸਿਵਰ ਜਿਹੜਾ ਜੀ ਤੁਹਾਡੇ ਕੋਲੇ ਉਹ ਨਹੀਂ ਹੈਗਾ। ਇਹਨਾਂ ਨੇ ਉਹ ਟੀਕਾ ਉਤਸਵ ਕਹਿਤਾ ਪ੍ਰਧਾਨ ਮੰਤਰੀ। ਹੁਣ ਤੁਸੀਂ ਦੇਖੋ ਉਤਸਵ ਕਿਵੇਂ ਹੋ ਸਕਦਾ? ਇਹ ਕੋਈ ਉਤਸਵ ਆ ਜੀ? ਲੋਕਾਂ ਨੂੰ ਜਾਣ ਦੀ ਬਣੀ ਹੋਈ ਆ, ਤੁਸੀਂ ਉਤਸਵ ਮਨਾ ਰਹੇ ਹੋ। ਉਤਸਵ ਕਹਿਤਾ, ਉਹ ਜਿਹੜਾ ਹੈ ਹੀ ਨਹੀਂ, ਵੈਕਸੀਨ ਹੀ ਹੈ ਨਹੀਂ। ਵੈਕਸੀਨ ਬਣਾਉਣ ਵਾਲੀ ਕੰਪਨੀ ਆ ਸੀਰਮ, ਉਹਦੇ ਜਿਹੜੇ ਮਾਲਕ ਨੇ ਪੂਨਾਵਾਲਾ, ਉਹ ਮੁਲਕ ਛੱਡ ਕੇ ਭੱਜ ਗਏ, ਉਹ ਇੰਗਲੈਂਡ ਚਲੇ ਗਏ। ਉਹ ਕਹਿੰਦੇ ਮੇਰੇ ਉੱਤੇ ਇੰਨਾ ਪ੍ਰੈਸ਼ਰ ਪੈ ਰਿਹਾ, ਮੈਨੂੰ ਧਮਕੀਆਂ ਮਿਲ ਰਹੀਆਂ ਨੇ, ਮੈਂ ਸੌਂ ਨਹੀਂ ਸਕਦਾ, ਮੈਨੂੰ ਵੱਡੇ ਵੱਡੇ ਜਿਹੜੇ ਸਿਆਸਤਦਾਨ ਨੇ ਉਹ ਥ੍ਰੈਟ ਜਿਹੜਾ ਉਹ ਕਰ ਰਿਹਾ। ਹੁਣ ਸੀਰਮ ਕੰਪਨੀ ਦਾ ਮਾਲਕ ਹੀ ਛੱਡ ਕੇ ਜਿਹੜਾ ਜੀ ਉਹ ਚਲੇ ਗਿਆ। ਫਿਰ ਇੱਥੇ ਹੁਣ ਕੀ ਹਾਲਾਤ ਜਿਹੜੇ ਜੀ ਉਹ ਬਣਨਗੇ? ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਤ ਬਹੁਤ ਗੰਭੀਰ ਨੇ। ਸਰਕਾਰ ਦੀਆਂ ਗਲਤੀਆਂ ਨੇ ਇੱਥੋਂ ਤੱਕ ਲਿਆਂਦਾ। ਜਿਹੜੇ 5 ਰਾਜਾਂ ਦੀਆਂ ਚੋਣਾਂ ਜਿਹੜੀਆਂ ਸੀਗੀਆਂ, ਉਹਨਾਂ ਨੇ ਸੱਤਿਆਨਾਸ਼ ਕਰਕੇ ਜਿਹੜਾ ਜੀ ਉਹ ਰੱਖ ਦਿੱਤਾ ਮੁਲਕ ਦਾ। ਔਰ ਪੱਛਮੀ ਬੰਗਾਲ ਦੇ ਵਿੱਚ ਭੀੜਾਂ ਵਧਾਉਣ ਦੇ ਵਾਸਤੇ ਉੱਤਰ ਪ੍ਰਦੇਸ਼, ਬਿਹਾਰ ਤੋਂ ਜਿਹੜੇ ਸੀਗੇ ਟਰੱਕ ਤੇ ਬੱਸਾਂ ਭਰ ਭਰ ਕੇ ਲੋਕਾਂ ਨੂੰ ਉੱਥੇ ਰੈਲੀਆਂ ਦੇ ਵਿੱਚ ਲੈ ਕੇ ਗਏ, ਔਰ ਉਹ ਰੈਲੀਆਂ ਦੇ ਵਿੱਚ ਸ਼ਾਮਲ ਹੋ ਕੇ ਮੁੜ ਕੇ ਉਹਨਾਂ ਸੂਬਿਆਂ ਦੇ ਵਿੱਚ ਆਏ। ਉੱਥੇ ਆ ਕੇ ਉਹਨਾਂ ਨੇ ਜਿਹੜਾ ਸੀਗਾ ਇਹਨੂੰ ਸਪਰੈਡ ਕੀਤਾ। ਔਰ ਅੱਜ ਹਾਲਾਤ ਜਿਹੋ ਜਿਹੇ ਬਣੇ ਹੋਏ ਸਭ ਦੇ ਸਾਹਮਣੇ ਆ। ਕੁੰਭ ਮੇਲਾ ਜਿਹੜਾ ਸੀਗਾ ਉਹ ਸਿਰਫ ਇੱਕ ਕਿਤੇ ਉਸ ਧਰਮ ਦੇ ਲੋਕ ਮੇਰੇ ਨਾਲੋਂ ਵੋਟਾਂ ਲਈ ਨਾ ਟੁੱਟ ਜਾਣ, ਉਹਦੇ ਉੱਤੇ ਰੋਕ ਨਹੀਂ ਜਿਹੜੀ ਜੀ ਉਹ ਲਾਈ ਗਈ। ਇਹ ਕਿਹਾ ਜਾ ਰਿਹਾ ਕਿ ਉੱਥੋਂ ਵਾਪਸ ਆਏ ਮੈਕਸਿਮਮ ਜਿਹੜੇ ਲੋਕ ਨੇ ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਆਏ, ਔਰ ਉਹਨਾਂ ਦੇ ਜਿੱਥੇ ਜਿੱਥੇ ਟੈਸਟ ਹੋਏ ਮੈਕਸਿਮਮ ਉਹ ਜਿਹੜੇ ਪੋਜ਼ਿਟਿਵ ਆਏ। ਪੰਨੂ ਸਾਹਿਬ, ਤੁਸੀਂ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਪਰੈਡ ਹੋਇਆ, ਕਿਸ ਤਰੀਕੇ ਦੇ ਨਾਲ ਜਿਹੜਾ ਇਹ ਸਿਆਸਤਦਾਨਾਂ ਨੇ ਆਪਣੇ ਸੌੜੇ ਹਿੱਤਾਂ ਦੇ ਖਾਤਰ ਜਿਹੜਾ ਇਹ ਸਾਰਾ ਕੁਝ ਭਾਰਤ ਦੇ ਹਾਲਾਤ ਇੱਥੋਂ ਤੱਕ ਲਿਆ ਕੇ ਪਹੁੰਚਾ ਦਿੱਤੇ ਨੇ। ਕੁਝ ਖਬਰਾਂ ਅਜਿਹੀਆਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜੀਆਂ ਬੜੀਆਂ ਦੁਖਦਾਈ ਵੀ ਨੇ, ਤੇ ਮੈਨੂੰ ਲੱਗਦਾ ਕਿ ਦਰਸ਼ਕਾਂ ਦੇ ਨਾਲ ਉਹ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਇੱਕ ਅਮੇਠੀ ਦੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਜਿਹੜਾ ਸ਼ਸ਼ਾਂਕ ਸ਼ੇਖਰ ਯਾਦਵ ਨਾਮ ਦਾ ਇੱਕ ਸ਼ਖਸ ਜਿਹਨੇ ਟਵੀਟ ਕੀਤਾ ਕਿ ਮੇਰੇ ਨਾਨਾ ਜੀ ਦੀ ਹਾਲਤ ਬਹੁਤ ਖਰਾਬ ਹੈ ਤੇ ਉਹਦੇ ਵਾਸਤੇ ਆਕਸੀਜਨ ਚਾਹੀਦੀ ਹੈ, ਤੇ ਉੱਥੇ ਯੋਗੀ ਆਦਿੱਤਿਆਨਾਥ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਹਨਾਂ ਨੇ ਉਹਦੇ ਤੇ ਪਰਚਾ ਦਰਜ ਕਰਨ ਦਾ ਹੁਕਮ ਦੇ ਦਿੱਤਾ ਵੀ ਇਹ ਬੰਦਾ ਅਫਵਾਹਾਂ ਫੈਲਾ ਰਿਹਾ, ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਅਜਿਹੀ ਇੱਕ ਘਟਨਾ ਉੱਤਰ ਪ੍ਰਦੇਸ਼ ਦੀ ਹੋਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਸਿਲੰਡਰ, ਗੈਸ ਦੇ ਸਿਲੰਡਰ ਫ੍ਰੀ ਸੇਵਾ ਕਰਨ ਲਈ ਜਿਹੜਾ ਆਕਸੀਜਨ ਗੈਸ ਦੇ ਸਿਲੰਡਰ ਜਿਹੜੀ ਆ ਉਹਦੀ ਡਿਲੀਵਰੀ ਵਾਸਤੇ ਜਾ ਰਿਹਾ ਸੀ, ਉਹਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਬਾਅਦ ਵਿੱਚ ਰੌਲਾ ਪਿਆ ਤੇ ਉਸ ਨੂੰ ਰਿਹਾ ਕੀਤਾ ਗਿਆ। ਇੱਕ ਅਜਿਹੀ ਘਟਨਾ ਜਿਹੜੀ ਮੱਧ ਪ੍ਰਦੇਸ਼ ਦੀ ਵੀ ਨਿਕਲ ਕੇ ਸਾਹਮਣੇ ਆਈ ਹੈ, ਜਿੱਥੇ ਆਕਸੀਜਨ ਦੀ ਜਿਹੜੀ ਮੁਫਤ ਸੇਵਾ ਕਰ ਰਿਹਾ ਸੀ ਬੰਦਾ ਉਹ, ਤੇ ਉਹਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਇਹ ਸਾਰਾ ਦਾ ਸਾਰਾ ਜਿਹੜਾ ਵਰਤਾਰਾ ਹੈ ਉਹਨਾਂ ਰਾਜਾਂ ਦੇ ਵਿੱਚੋਂ ਨਿਕਲ ਕੇ ਆ ਰਿਹਾ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ। ਤੇ ਅਜਿਹੇ ਹਾਲਾਤਾਂ ਦੇ ਵਿੱਚ ਆਕਸੀਜਨ ਦੀ ਜਦੋਂ ਮਾਰੋ ਮਾਰ ਪੈ ਰਹੀ ਹੈ, ਅਜਿਹੇ ਹਾਲਾਤਾਂ ਦੇ ਵਿੱਚ ਫਿਰ ਅਦਾਲਤਾਂ ਵੀ ਜਿਹੜੀਆਂ ਨੇ ਉਹ ਸਖਤ ਹੋ ਗਈਆਂ ਨੇ। ਅਦਾਲਤਾਂ ਨੇ, ਮਦਰਾਸ ਹਾਈ ਕੋਰਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪਰਚਾ ਜਿਹੜਾ ਉਹ ਚੋਣ ਕਮਿਸ਼ਨ ਦੇ ਉੱਤੇ ਹੋਣਾ ਚਾਹੀਦਾ, ਹੱਤਿਆ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ। ਦਿੱਲੀ ਹਾਈ ਕੋਰਟ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਲੋਕ ਆਕਸੀਜਨ ਦੀ ਸਪਲਾਈ ਦੇ ਵਿੱਚ ਵਿਘਨ ਪਾ ਰਹੇ ਨੇ ਉਹਨਾਂ ਦੇ ਬਾਰੇ ਦੱਸਿਆ ਜਾਵੇ, ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਫਾਹੇ ਟੰਗ ਦਿਆਂਗੇ ਜੀ। ਜਦੋਂ ਇਹ ਹਾਲਾਤ ਬਣ ਜਾਂਦੇ ਨੇ, ਅਦਾਲਤਾਂ ਦੇ ਰੋਲ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ? ਦੇਖੋ, ਅਦਾਲਤਾਂ ਦੇ ਰੋਲ ਦੇ ਉੱਤੇ ਲੋਕਾਂ ਨੂੰ ਸ਼ੱਕ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਸੀ। ਲੋਕ ਵਿਸ਼ਵਾਸ ਕਰਨਾ ਛੱਡ ਰਹੇ ਆ ਬੜੀ ਤੇਜ਼ੀ ਦੇ ਨਾਲ, ਜਿਹੜਾ ਕਿ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਬਹੁਤ ਖਤਰਨਾਕ ਜਿਹੜਾ ਉਹ ਕਿਹਾ ਜਾ ਸਕਦਾ ਹੈ। ਕਿਉਂਕਿ ਅਦਾਲਤਾਂ ਨੇ ਜਿਹੜੇ ਫੈਸਲੇ ਪਿਛਲੇ ਸਮੇਂ ਦੇ ਦੌਰਾਨ ਆਏ, ਤੇ ਖਾਸ ਤੌਰ ਦੇ ਉੱਤੇ ਜਿਹੜੇ ਫੈਸਲੇ ਕਰਨ ਵਾਲੇ ਸੀ, ਜਦੋਂ ਉਹਨਾਂ ਨੂੰ ਉੱਚ ਅਹੁਦਿਆਂ ਦੇ ਉੱਤੇ ਲਿਜਾ ਕੇ ਬਿਠਾ ਦਿੱਤਾ ਗਿਆ, ਫਿਰ ਸ਼ੱਕ ਤਾਂ ਜਿਹੜਾ ਜੀ ਉਹ ਹੋਣਾ ਸੀਗਾ ਲੋਕਾਂ ਨੂੰ। ਜਦੋਂ ਇਹ ਹਾਈ ਕੋਰਟਾਂ ਬੋਲਣੀਆਂ ਸ਼ੁਰੂ ਕੀਤੀਆਂ ਨੇ, ਤੇ ਉਦੋਂ ਚੀਫ ਜਸਟਿਸ ਆਫ ਇੰਡੀਆ ਬੋਬੜੇ ਸਾਹਿਬ ਸਨ, ਜਿਹੜੇ ਹੁਣ ਰਿਟਾਇਰ ਹੋ ਗਏ। ਉਹਨਾਂ ਨੇ ਇਹ ਦੇਖਿਆ ਕਿ ਅਦਾਲਤਾਂ ਬੋਲਣ ਲੱਗੀਆਂ ਨੇ, ਉਹਨਾਂ ਨੇ ਝੱਟ ਦੇਣੀ ਸੂਓ ਮੋਟੋ ਲੈ ਲਿਆ। ਸੂਓ ਮੋਟੋ ਲੈ ਕੇ ਕਹਿੰਦੇ ਨਹੀਂ ਨਹੀਂ, ਹਾਈ ਕੋਰਟ ਛੱਡੋ, ਅਸੀਂ ਇਹਦੇ ਉੱਤੇ ਜਿਹੜਾ ਜੀ ਉਹ ਕਰਾਂਗੇ ਸਰਕਾਰਾਂ ਦੀ ਖਿਚਾਈ। ਸਰਕਾਰ ਸੱਦ ਲਈ, ਸੋਲਿਸਿਟਰ ਜਨਰਲ ਸੱਦ ਲਏ, ਤੇ ਉਹ ਕਹਿੰਦੇ ਜੀ ਸਾਨੂੰ ਸਮਾਂ ਚਾਹੀਦਾ। 4 ਚੀਜ਼ਾਂ ਮੰਗੀਆਂ ਸੁਪਰੀਮ ਕੋਰਟ ਨੇ, ਜਿਹਦੇ ਵਿੱਚ ਸੀਗਾ ਦੱਸੋ ਕਿਵੇਂ ਵੈਕਸੀਨ ਦੀ ਔਰ ਆਕਸੀਜਨ ਦੇ ਸਾਰਾ ਕੁਝ। ਉਹ ਕਹਿੰਦੇ ਸਾਨੂੰ ਟਾਈਮ ਚਾਹੀਦਾ। ਲਓ ਜੀ, ਟਾਈਮ ਜਿੰਨਾ ਚਾਹੀਦਾ। 15 ਦਿਨਾਂ ਦਾ ਟਾਈਮ ਉਹਨਾਂ ਨੂੰ ਦੇ ਦਿੱਤਾ ਸੁਪਰੀਮ ਕੋਰਟ ਨੇ। ਉਹ ਬਚਾਉਣ ਦਾ ਇੱਕ ਤਰੀਕਾ ਸੀਗਾ ਜੀ, ਉਹ ਬਚਾਉਣ ਦਾ ਤਰੀਕਾ ਸੀਗਾ ਕੇਂਦਰ ਦੀ ਸਰਕਾਰ ਨੂੰ। ਮੁੜ ਕੇ ਜਿਹੜੇ ਨਵੇਂ ਆਏ ਜਿਹੜੇ ਚੀਫ ਜਸਟਿਸ ਨੇ YS ਚੰਦਰਚੂੜ, ਜਿਹੜੇ ਉਹਨਾਂ ਨੇ ਜਿਹੜਾ ਸੀ ਆ ਕੇ ਇੱਕਦਮ ਬਿਲਕੁਲ ਉਲਟ ਰਿਐਕਟ ਜਿਹੜਾ ਉਹ ਕੀਤਾ ਬੋਬੜੇ ਸਾਹਿਬ ਤੋਂ। ਪਹਿਲੀ ਤਾਂ ਗੱਲ ਜਿਹੜਾ ਤੁਸੀਂ ਜ਼ਿਕਰ ਕੀਤਾ, ਉਹਦੇ ਦੋਸਤ ਦੇ ਨਾਨੇ ਨੂੰ ਚਾਹੀਦੀ ਸੀਗੀ ਜਿਹੜੀ ਉਹਨੂੰ ਆਕਸੀਜਨ ਦੀ ਲੋੜ ਸੀਗੀ,
ਤੇ ਉਹ ਆਕਸੀਜਨ ਦੇ ਵਾਸਤੇ ਇੱਕ ਪੱਤਰਕਾਰ ਨੇ ਦੀ ਵਾਇਰ ਜਿਹੜਾ ਆਨਲਾਈਨ ਹੈਗਾ ਪੋਰਟਲ, ਉਹਨਾਂ ਨੇ ਅੱਗੋਂ ਰੀਟਵੀਟ ਕਰਤਾ। ਉਹਨਾਂ ਦੇ ਟਵੀਟ ਨੂੰ ਜਿਹੜਾ ਸਿਮਰਤੀ ਇਰਾਨੀ ਨੇ ਟਵੀਟ ਕਰਤਾ, ਔਰ ਸਿਮਰਤੀ ਇਰਾਨੀ ਨੇ ਇਹ ਗੱਲ ਕਹੀ ਜੀ ਕਿ ਮੈਂ ਉਹ ਮੁੰਡੇ ਨਾਲ ਗੱਲ ਕੀਤੀ ਆ ਤੇ ਉਹ ਫੋਨ ਨਹੀਂ ਚੁੱਕ ਰਿਹਾ। ਕੁਝ ਸਮੇਂ ਤੋਂ ਬਾਅਦ ਉਸ ਮੁੰਡੇ ਦਾ ਫਿਰ ਟਵੀਟ ਆ ਜਾਂਦਾ ਕਿ ਹੁਣ ਉਹ ਲੋੜ ਨਹੀਂ ਰਹੀ, ਪਰ ਉਹ ਕਹਿੰਦਾ ਧੰਨਵਾਦ ਤੁਹਾਡਾ, ਤੁਸੀਂ ਮੇਰੀ ਗੱਲ ਦਾ ਜਵਾਬ ਤਾਂ ਦਿੱਤਾ, ਪਰ ਉਹ ਕਹਿੰਦਾ ਕਿ ਕਿਉਂਕਿ ਜਿਉਂਦਾ ਨਹੀਂ ਹੁਣ ਰਿਹਾ, ਇਸ ਕਰਕੇ ਲੋੜ ਨਹੀਂ ਰਹੀ ਆਕਸੀਜਨ ਦੀ। ਉਹਦੇ ਉੱਤੇ ਪੁਲਿਸ ਨੇ ਪਰਚਾ ਦਰਜ ਕਰਤਾ, ਤੂੰ ਬਦਨਾਮ ਕਰਦਾ। ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਕਿਸੇ ਹਸਪੀਟਲ ਨੇ ਇਹ ਸਾਈਨ ਲਾਇਆ ਜਾਂ ਬਿਆਨ ਦਿੱਤਾ ਕਿ ਸਾਡੇ ਕੋਲੇ ਆਕਸੀਜਨ ਹੈ ਨਹੀਂ, ਅਸੀਂ ਉਹਦੇ ਉੱਤੇ ਮਾਮਲਾ ਦਰਜ ਕਰਾਂਗੇ, ਉਹਦੀ ਪ੍ਰਾਪਰਟੀ ਸਾਰੀ ਦੀ ਸਾਰੀ ਜਿਹੜੀ ਆ ਉਹ ਜ਼ਬਤ ਕਰ ਲਾਂਗੇ। ਹੱਦ ਹੋ ਗਈ, ਮਤਲਬ ਕਿ ਤੁਸੀਂ ਬੋਲ ਵੀ ਨਹੀਂ ਸਕਦੇ। ਸੁਪਰੀਮ ਕੋਰਟ ਨੇ ਇਹਦੇ ਉੱਤੇ ਬੜੀਆਂ ਅਹਿਮ ਟਿੱਪਣੀਆਂ ਕੀਤੀਆਂ। ਇਹ ਗੱਲ ਆਖੀ ਕਿ ਕਿਸੇ ਵਿਅਕਤੀ ਨੇ ਜਿਹਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ, ਆਪਣਾ ਦਰਦ ਦੱਸਿਆ ਕਿ ਮੈਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਮੇਰੀ ਮਦਦ ਕੀਤੀ ਜਾਵੇ, ਜਾਂ ਆਪਣਾ ਦਰਦ ਹੋਰ ਤਰੀਕੇ ਨਾਲ ਬਿਆਨ ਕੀਤਾ, ਜੇ ਉਹਦੇ ਉੱਤੇ ਕਿਸੇ ਸੂਬੇ ਨੇ ਪਰਚਾ ਦਰਜ ਕੀਤਾ ਤਾਂ ਇਹ ਕੰਟੈਂਪਟ ਆਫ ਕੋਰਟ ਸਮਝਿਆ ਜਾਊਗਾ। ਇਹ ਅਦਾਲਤ ਦੀ ਮਾਣਹਾਨੀ ਜਿਹੜੀ ਉਹ ਸਮਝੀ ਜਾਊਗੀ। ਉਹਨਾਂ ਨੇ ਨਾਗਰਿਕਾਂ ਨੂੰ ਇਹ ਗੱਲ ਕਹੀ ਸੁਪਰੀਮ ਕੋਰਟ ਨੇ ਕਿ ਤੁਸੀਂ ਆਪਣੀ ਗੱਲ ਕਹੋ, ਤੁਸੀਂ ਆਪਣੀ ਗੱਲ ਲਿਖੋ, ਅਸੀਂ ਬੈਠੇ ਹਾਂ ਸੁਣਨ ਦੇ ਵਾਸਤੇ, ਅਸੀਂ ਸਭ ਕਾਸੇ ਦੇ ਉੱਤੇ ਨਿਗਾਹ ਰੱਖ ਰਹੇ ਹਾਂ, ਜਿਹੜੀ ਗੱਲ ਤੁਸੀਂ ਲਿਖੋਗੇ ਤੁਹਾਡੀ ਉਹ ਲਿਖੀ ਹੋਈ ਗੱਲ ਸਾਡੇ ਤੱਕ ਪਹੁੰਚੂਗੀ। ਇਹਦਾ ਬੜਾ ਵੱਡੇ ਮਾਇਨੇ ਨੇ। ਬਿਲਕੁਲ ਕਿ ਉਹ ਸੁਪਰੀਮ ਕੋਰਟ ਇਹ ਚਾਹੁੰਦੀ ਹੈ, ਉਹਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਤੁਸੀਂ ਲੋਕਾਂ ਨੂੰ ਦਬਾਈ ਜਾਓਗੇ, ਇਹ ਇੱਕ ਪ੍ਰੈਸ਼ਰ ਹੈ। ਜੇ ਤੁਸੀਂ ਕਹੋਗੇ ਤੁਸੀਂ ਲਿਖ ਵੀ ਨਹੀਂ ਸਕਦੇ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਬੋਲ ਵੀ ਨਹੀਂ ਸਕਦੇ ਕਿਸੇ ਜਗ੍ਹਾ ਦੇ ਉੱਤੇ, ਉਹ ਪ੍ਰੈਸ਼ਰ ਫਿਰ ਕੁੱਕਰ ਦਾ ਜਿਹੜਾ ਪ੍ਰੈਸ਼ਰ ਹੋਊਗਾ, ਜਿਹਦੀ ਸੀਟੀ ਜੇ ਬੰਦ ਹੋ ਜੇ, ਜਿਹੜਾ ਸੇਫਟੀ ਵਾਲਵ ਆ ਉਹ ਬੰਦ ਹੋ ਜੇ। ਹੁਣ ਜਿਹੜੀ ਉਹ ਸੀਟੀ ਆ ਉਹ ਕਲਮ ਹੈ, ਤੇ ਜਿਹੜਾ ਸੇਫਟੀ ਵਾਲਵ ਹੈ ਮੇਰਾ ਖਿਆਲ ਅੱਜ ਕੱਲ੍ਹ ਉਹ ਸੋਸ਼ਲ ਮੀਡੀਆ। ਕਿਤੋਂ ਤਾਂ ਕੋਈ ਮਾੜੀ ਮੋਟੀ ਜਿਹੜੀ ਉਹ ਗੈਸ ਹੈ ਨਿਕਲੂਗੀ ਨਾ, ਜੇ ਉਹ ਨਿਕਲੂਗੀ ਤੇ ਉਹ ਦੂਜਿਆਂ ਤੱਕ ਜਾਊਗੀ। ਤੁਸੀਂ ਸੇਫਟੀ ਵਾਲਵ ਵੀ ਬੰਦ ਕਰ ਰਹੇ ਹੋ, ਤੁਸੀਂ ਸੀਟੀ ਵੀ ਜਿਹੜੀ ਉਹ ਬੰਦ ਕਰ ਰਹੇ ਹੋ, ਤੇ ਇਹ ਫਿਰ ਜਿਹੜਾ ਜੀ ਉਹ ਕਿੱਧਰ ਨੂੰ ਜਾਊਗਾ। ਸੁਪਰੀਮ ਕੋਰਟ ਨੇ ਸ਼ਾਇਦ ਇਸ ਚੀਜ਼ ਨੂੰ ਸਾਹਮਣੇ ਰੱਖਦਿਆਂ ਹੋਇਆ ਇਹ ਗੱਲ ਕਹੀ ਲੋਕਾਂ ਨੂੰ ਕਿ ਤੁਸੀਂ ਲਿਖੋ, ਤੁਸੀਂ ਬੋਲੋ, ਅਸੀਂ ਬੈਠੇ ਹਾਂ ਸੁਣਨ ਵਾਲੇ, ਅਸੀਂ ਤੁਹਾਡੀ ਗੱਲ ਜਿਹੜੀ ਉਹ ਸੁਣਾਂਗੇ, ਸਰਕਾਰਾਂ ਤੁਹਾਡੀ ਗੱਲ ਸੁਣਨਗੀਆਂ। ਸੁਪਰੀਮ ਕੋਰਟ ਨੇ ਬੜੇ ਸਖਤ ਫੈਸਲੇ ਇਸ ਮਾਮਲੇ ਦੇ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ। ਮਦਰਾਸ ਹਾਈ ਕੋਰਟ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਉੱਥੇ ਹੁਣ ਭੱਜਾ ਗਿਆ ਚੋਣ ਕਮਿਸ਼ਨ। ਉਹ ਕਹਿੰਦੇ ਜੀ ਤੁਸੀਂ, ਉਹਨਾਂ ਨੇ ਕਿਉਂਕਿ ਇਹ ਕਹਿਤਾ ਵੀ ਜਿੰਨੀਆਂ ਮੌਤਾਂ ਹੋ ਰਹੀਆਂ ਨੇ, ਅਸੀਂ ਇਹ ਕਹਿੰਦੇ ਆ ਕਿ ਇਸ ਮਾਮਲੇ ਦੇ ਉੱਤੇ ਜਿਹੜੇ ਚੋਣ ਕਮਿਸ਼ਨ ਦੇ ਆਫੀਸਰ ਨੇ ਜਾਂ ਚੋਣ ਕਮਿਸ਼ਨ ਹੈ ਉਹਦੇ ਉੱਤੇ ਕਤਲ ਦੇ ਮੁਕੱਦਮੇ ਦਰਜ ਕੀਤੇ ਜਾਣ। ਉੱਤਰ ਪ੍ਰਦੇਸ਼ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ, ਚਲੋ ਤੁਸੀਂ 5 ਰਾਜਾਂ ਦੀਆਂ ਤਾਂ ਨਹੀਂ ਸੀ ਰੋਕ ਸਕਦੇ, ਕਿਉਂਕਿ ਤੁਸੀਂ ਹੰਕਾਰ 'ਚ ਇੰਨੇ ਸੀਗੇ ਵੀ ਹਰ ਜਗ੍ਹਾ ਅਸੀਂ ਜਿੱਤਣਾ, ਉਹ ਨਹੀਂ ਸੀ ਰੋਕ ਸਕਦੇ। ਪੰਚਾਇਤ ਚੋਣਾਂ ਰੋਕੀਆਂ ਜਾ ਸਕਦੀਆਂ ਸੀ, ਪੰਚਾਇਤ ਚੋਣਾਂ ਨਹੀਂ ਰੋਕੀਆਂ ਗਈਆਂ। 135 ਦੇ ਕਰੀਬ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ। ਉਹ ਚੋਣ ਕਮਿਸ਼ਨ ਤਾਂ ਗਿਆ ਮਦਰਾਸ ਹਾਈ ਕੋਰਟ, ਉਹ ਕਹਿੰਦੇ ਤੁਸੀਂ ਤਾਂ ਇਹ ਟਿੱਪਣੀਆਂ ਕੀਤੀਆਂ ਸੀ ਉਂਝ ਹੀ ਵਰਬਲੀ, ਇਹਨਾਂ ਟਿੱਪਣੀਆਂ ਨੂੰ ਲੈ ਕੇ ਲੋਕ ਸਾਡੇ ਉੱਤੇ ਪਰਚੇ ਦਰਜ ਕਰਾ ਰਹੇ ਆ। ਪਰਚੇ ਦਰਜ ਕਰਾਉਣੇ ਆ ਲੋਕਾਂ ਨੇ, ਉਹ ਇਸ ਕਰਕੇ ਕਰਾਉਣੇ ਆ ਕਿ ਅਸੀਂ ਆਪਣੇ ਘਰ ਦੇ ਜੀ ਥੋੜੀ ਜਿਹੜਾ ਜੀ ਉਹ ਮਰਵਾਉਣੇ ਆ। ਸੋ ਅਦਾਲਤਾਂ ਜਿਹੜੀਆਂ ਨੇ ਉਹਨਾਂ ਦਾ ਸਹੀ ਰੋਲ ਆ। ਮੈਂ ਕਹੂੰਗਾ ਕਿ ਹਾਈ ਕੋਰਟ ਦੀਆਂ ਜਿਹੜੇ ਹਾਈ ਕੋਰਟ ਦਾ ਰੋਲ ਹੈ ਉਹ ਬਹੁਤ ਜ਼ਿਆਦਾ ਪਿਛਲੇ ਦਿਨਾਂ ਦੇ ਵਿੱਚ ਤਸੱਲੀ ਵਾਲਾ ਰਿਹਾ, ਕਿਉਂਕਿ ਕੋਈ ਵੀ ਜਿਹੜੀ ਹਾਈ ਕੋਰਟ ਹੁੰਦੀ ਆ ਉਹਨੂੰ ਸੂਬੇ ਦੀ ਸਿਚੁਏਸ਼ਨ ਪਤਾ ਹੁੰਦੀ ਆ। ਦਿੱਲੀ ਦੀ ਹਾਈ ਕੋਰਟ ਦੀਆਂ ਬਹੁਤ ਸਖਤ ਟਿੱਪਣੀਆਂ ਨੇ। ਦਿੱਲੀ ਹਾਈ ਕੋਰਟ, ਮਹਾਰਾਸ਼ਟਰ ਦੀ ਮੁੰਬਈ ਦੇ ਵਿੱਚ ਜਿਹੜੀ ਹਾਈ ਕੋਰਟ, ਇੱਥੇ ਕੋਲਕਾਤਾ ਦੀ ਹਾਈ ਕੋਰਟ, ਮਦਰਾਸ ਦੇ ਵਿੱਚ ਹਾਈ ਕੋਰਟ, ਗੁਜਰਾਤ ਦੀ ਹਾਈ ਕੋਰਟ, ਗੁਜਰਾਤ ਮਾਡਲ ਜਿਹੜਾ ਆਪਾਂ ਢੰਡੋਰਾ ਸੁਣਦੇ ਹੁੰਦੇ ਸੀਗੇ, ਉਹ ਤਾਂ ਸਭ ਤੋਂ ਪਹਿਲਾਂ ਵਿਖਰਿਆ। ਉੱਥੇ ਕਿਸੇ ਪ੍ਰਾਈਵੇਟ ਕਾਰ ਦੇ ਉੱਤੇ ਆਉਣ ਵਾਲੇ ਵਿਅਕਤੀ ਨੂੰ ਹਸਪੀਟਲ 'ਚ ਦਾਖਲ ਨਹੀਂ ਕੀਤਾ ਜਾ ਰਿਹਾ। ਇਸ ਕਰਕੇ ਨਹੀਂ ਦਾਖਲ ਕੀਤਾ ਜਾ ਰਿਹਾ ਕਿ ਅੰਕੜੇ ਵਧਣਗੇ। ਜਿਹੜੇ ਐਂਬੂਲੈਂਸਾਂ ਚਾਹੁੰਦੇ ਆ, 70 ਐਂਬੂਲੈਂਸਾਂ ਹਸਪੀਟਲਾਂ ਦੇ ਬਾਹਰ ਖੜੀਆਂ ਨੇ, ਅੰਦਰ ਇਸ ਕਰਕੇ ਮਰੀਜ਼ ਨਹੀਂ ਜਾ ਰਿਹਾ ਕਿ ਜਗ੍ਹਾ ਹੈ ਨਹੀਂ ਕਿ ਮਰੀਜ਼ ਦੇ ਵਾਸਤੇ। ਹੁਣ ਜਾਣ ਤੇ ਲੋਕੀ ਕਿੱਧਰ ਨੂੰ ਜਾਣ। ਉੱਤਰ ਪ੍ਰਦੇਸ਼ ਦੇ ਵੀ ਹਾਲਾਤ ਜਿਹੜੇ ਇਸੇ ਤਰ੍ਹਾਂ ਦੇ ਬਣੇ ਹੋਏ ਆ। ਲੋਕਾਂ ਦੇ ਵਿੱਚ ਬਹੁਤ ਵੱਡਾ, ਕੁਲਵੰਤ ਸਿੰਘ ਜੀ, ਇਸ ਵੇਲੇ ਪੈਨਿਕ ਕ੍ਰੀਏਟ ਹੋ ਰਿਹਾ। ਇਹ ਹੁਣ ਇਹ ਨਹੀਂ ਪਤਾ ਕਿ ਇਹ ਪੈਨਿਕ ਜਿਹੜਾ ਜੀ ਇਹ ਕਿਹੋ ਜਿਹਾ ਰੂਪ, ਕਿਹੋ ਜਿਹਾ ਰੰਗ ਅਖਤਿਆਰ ਕਰੂਗਾ। ਇਹ ਪੁੱਛ ਕੇ ਦੇਖੋ ਉਹਨੂੰ, ਜਿਹੜੇ ਇੱਕ ਤੋਂ ਦੂਜੇ ਤੋਂ ਤੀਜੇ ਜਗ੍ਹਾ ਦੇ ਉੱਤੇ ਫੋਨ ਕਰਦੇ ਵਿਚਾਰੇ, ਕੋਈ ਸੋਸ਼ਲ ਮੀਡੀਆ ਤੇ ਲਿਖ ਰਿਹਾ, ਕੋਈ ਕਿਸੇ ਨੂੰ ਫੋਨ ਕਰ ਰਿਹਾ, ਕਿਸੇ ਤਰੀਕੇ ਦੇ ਨਾਲ ਰੈਮਡੇਸਿਵਰ ਤੁਹਾਨੂੰ ਮਿਲ ਜੂਗਾ, ਕਿਸੇ ਜਗ੍ਹਾ ਦੇ ਉੱਤੇ ਆਕਸੀਜਨ ਦਾ ਇੱਕ ਸਿਲੰਡਰ ਜਿਹੜਾ ਜੀ ਉਹ ਮਿਲ ਸਕਦਾ। ਜਿਹੜੇ ਸਿਲੰਡਰ ਜਿਹੜੇ ਉਹ ਦੇ ਰਹੇ ਆ ਗੁਰਦੁਆਰਿਆਂ ਦੇ ਵਿੱਚ, ਦਿੱਲੀ ਦੇ ਵਿੱਚ ਤੁਸੀਂ ਦੇਖੋ
ਸਿਲੰਡਰ ਦਿੱਤੇ ਜਾ ਰਹੇ ਨੇ। ਇੱਕ ਗੁਰਦੁਆਰੇ ਦੇ ਵਿੱਚ ਤਾਂ ਪਾਈਪਲਾਈਨ ਬਾਹਰ ਲਾਤੀ, ਇੱਥੇ ਜਿੰਨੇ ਕੁ ਜੋਗੇ ਆ ਲਓ ਫੜੋ ਭਰ ਲਓ। ਲੋਕ ਜਿਹੜੇ ਆ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਸਿੱਖ ਭਾਈਚਾਰਾ ਲੰਗਰ ਵਾਂਗੂ ਮੂਹਰੇ ਆਇਆ। ਅੱਜ ਉਹਨੂੰ ਨੋਟਿਸ ਦੇ ਕੇ ਇਹ ਪੁੱਛਣਗੇ ਕਿ ਤੁਹਾਡੇ ਕੋਲੇ ਫੰਡਿੰਗ ਕਿੱਥੋਂ ਆ ਰਹੀ ਹੈ। ਜਿਹੜੇ ਕਿ ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਉਹਦੇ ਲੰਗਰਾਂ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਅਕਾਊਂਟੇਬਿਲਟੀ ਮੰਗਦੇ ਸੀਗੇ ਕਿ ਇਹਦੇ ਸਾਨੂੰ ਦੱਸੋ ਜੀ ਕਿੱਥੋਂ ਤੁਹਾਡੇ ਕੋਲੋਂ ਇੰਨੇ ਪੈਸੇ ਜਿਹੜੇ ਫੰਡ ਕਿੱਥੋਂ ਆ ਰਹੇ ਆ। ਹੁਣ ਕੋਈ ਪੁੱਛੂਗਾ ਜੀ? ਹੁਣ ਕਿਸੇ ਨੇ ਨਹੀਂ ਜਿਹੜਾ ਉਹ ਪੁੱਛਣਾ। ਇੰਡੀਵਿਜੂਅਲ ਲੋਕ ਜਿਹੜੇ ਨੇ ਉਹ ਇੱਕ ਦੂਜੇ ਦੀ ਮਦਦ ਕਰ ਰਹੇ ਆ। ਇੱਕ ਹਿੰਦੂ ਭਾਈਚਾਰੇ ਦਾ ਪਰਿਵਾਰ ਜਿਹੜਾ ਸੀ ਜੀ ਉਹ ਸੰਸਕਾਰ ਕਰਨ ਵਾਲਾ ਕੋਈ ਨਹੀਂ ਸੀ ਹੈਗਾ, ਉਹਨੂੰ ਇੱਕ ਮੁਸਲਿਮ ਭਾਈਚਾਰੇ ਦੇ ਜਿਹੜੇ ਲੋਕ ਨੇ ਜੀ ਉਹ ਲੈ ਕੇ ਉਹਦਾ ਅੰਤਮ ਸੰਸਕਾਰ ਸ਼ਮਸ਼ਾਨ ਘਾਟ ਕਰਕੇ ਆਏ। ਇਸੇ ਤਰੀਕੇ ਦੇ ਨਾਲ ਇੱਕ ਮੁਸਲਿਮ ਨੂੰ ਦਫਨਾਉਣ ਦੇ ਵੇਲੇ ਉਹਦੇ ਮਹੱਲੇ ਦੇ ਹਿੰਦੂ ਭਾਈਚਾਰੇ ਦੇ ਜਿਹੜੇ ਲੋਕ ਸੀਗੇ ਜੀ ਉਹ ਮੂਹਰੇ ਹੋ ਕੇ ਉਹਨੂੰ ਨਾਲ ਲੈ ਕੇ ਗਏ। ਇੱਕ ਸਿੱਖ ਨੌਜਵਾਨ ਹੈ ਦਿੱਲੀ ਦਾ ਜਿਹੜਾ ਹੁਣ ਇਸ ਵੇਲੇ ਆਪ ਖੁਦ ਸੀਰੀਅਸ ਪਿਆ ਜੀ, ਉਹ ਕਿੰਨੇ ਲੋਕਾਂ ਦੇ ਉਹਨੇ ਹੁਣ ਤੱਕ ਅੰਤਮ ਸੰਸਕਾਰ ਜਿਹੜੇ ਆ ਉਹ ਕੀਤੇ ਆ। ਦਿੱਲੀ ਦੇ ਵਿੱਚ ਇੱਕ ਪ੍ਰੀਤਮ ਸਿੰਘ ਨਾਮ ਦਾ ਵਿਅਕਤੀ, ਉਹ ਤੇ ਉਹਦਾ ਭਰਾ, ਉਹਨਾਂ ਨੇ ਜਿੱਥੇ ਕਿਸੇ ਨੂੰ ਕੋਈ ਸੰਸਕਾਰ ਨਹੀਂ ਕਰਦਾ, ਰਿਸ਼ਤੇਦਾਰ ਮੂੰਹ ਮੋੜਦਾ, ਉਹ ਦੋਵੇਂ ਜਾਣੇ ਜਾ ਕੇ ਉੱਥੇ ਜਿਹੜਾ ਜੀ ਉਹ ਅੰਤਮ ਸੰਸਕਾਰ ਕਰ ਰਹੇ ਨੇ। ਇਹ ਵੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਨੇ। ਇਹ ਲੋਕ ਜਿਹੜੇ ਨੇ ਉਹ ਸੈਂਸਿਟਿਵ ਹੋ ਕੇ ਲੱਗੇ ਨੇ। ਸਰਕਾਰ ਸੀਮੈਂਟ ਦੀ ਜਿਹੜੀ ਦੀ ਉਹ ਬਣੀ ਪਈ ਹੈ। ਸਰਕਾਰ ਦੇ ਕੰਨਾਂ ਦੇ ਉੱਤੇ ਜੂੰ ਹੀ ਨਹੀਂ ਸਰਕ ਰਹੀ ਇਸ ਚੀਜ਼ ਦੀ, ਉਹਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਹੀ ਨਹੀਂ। ਹਰ ਗੱਲ ਦੇ ਉੱਤੇ ਕੈਮਰੇ ਦੇ ਮੂਹਰੇ ਆ ਕੇ ਫੜਾ ਮਾਰਨ ਵਾਲੇ, ਤਾੜੀਆਂ ਮਾਰ ਕੇ ਗੱਲ ਕਰਨ ਵਾਲੇ ਇਦਾਂ ਹੀ ਕਰਦੇ ਸੀ ਨਾ ਜੀ। ਉਹ ਗੱਲ ਜਿਹੜੀ ਇਹ ਇਦਾਂ ਹੀ ਬੋਲਦੇ ਸੀਗੇ। ਅੱਜ ਉਹ ਕਿੱਥੇ ਨੇ ਜੀ? ਅੱਜ ਉਹ ਲੋਕਾਂ ਨੂੰ ਜਵਾਬ ਕਿਉਂ ਨਹੀਂ ਦੇ ਰਹੇ? ਲੋਕ ਮਾਰੇ ਗਏ, ਮੁਲਕ ਦੇ ਪ੍ਰਧਾਨ ਮੰਤਰੀ ਨਹੀਂ ਬੋਲ ਰਹੇ, ਮੁਲਕ ਦੇ ਗ੍ਰਹਿ ਮੰਤਰੀ ਨਹੀਂ ਬੋਲ ਰਹੇ, ਮੁਲਕ ਦੇ ਸਿਹਤ ਮੰਤਰੀ ਨਹੀਂ ਬੋਲ ਰਹੇ ਕਿ ਉਹਨਾਂ ਕੋਲੇ ਇੰਤਜ਼ਾਮ ਕੀ ਸੀਗਾ। ਉਹ ਟੀਕਾ ਉਤਸਵ ਦਾ ਕੀ ਬਣਿਆ ਜਿਹੜਾ 18 ਸਾਲ ਤੇ ਸਾਰੇ ਲੋਕਾਂ ਦੇ ਉੱਤੇ ਜਿਹੜਾ ਲੱਗਣਾ ਸੀਗਾ, ਉਹ ਤਾਂ ਵਿਚਾਰਾ ਭੱਜ ਗਿਆ। ਸੀਰਮ ਜਿਹੜਾ ਜੀ ਉਹ ਕੰਪਨੀ ਵਾਲਾ, ਉਹਨੂੰ ਤੁਸੀਂ ਕਿਵੇਂ ਜਿਹੜਾ ਜੀ ਲੈ ਕੇ ਆਓਗੇ? ਕਿ ਉਹਦੀ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਸੀ ਕੀਤਾ ਗਿਆ? ਹੋਣਾ ਚਾਹੀਦਾ ਸੀਗਾ ਜੀ। ਸਭ ਤੋਂ ਪਹਿਲਾਂ ਉਹਦੀ ਸਿਕਿਉਰਿਟੀ ਦਾ ਇੰਤਜ਼ਾਮ ਜਿਹੜਾ ਉਹ ਹੋਣਾ ਚਾਹੀਦਾ ਸੀ। ਇਹਦੇ 'ਚ ਉਹਦਾ ਕਸੂਰ ਨਹੀਂਗਾ ਜੀ, ਉਹ ਡਰਦਾ ਚਲੇ ਗਿਆ। ਉਹਨੂੰ ਇਹ ਸੀ ਵੀ ਕਿਤੇ ਮੇਰੇ ਉੱਤੇ ਕਿਸੇ ਕਿਸਮ ਦਾ ਕੋਈ ਹਮਲਾ ਨਾ ਜਿਹੜਾ ਜੀ ਉਹ ਹੋ ਜੇ। ਇਹ ਹਾਲਾਤ ਇਸ ਤਰ੍ਹਾਂ ਦੇ ਕੁਲਵੰਤ ਸਿੰਘ ਜੀ ਬਣ ਗਏ ਆ। ਬੜੀ ਪਰਚਾ ਨਾ ਦਰਜ ਕਰਤਾ ਜਾਵੇ। ਅੱਛਾ ਪਨੂ ਸਾਹਿਬ, ਇਹਦੇ 'ਚ ਤੁਸੀਂ ਇੰਨੇ ਭਾਈਚਾਰਕ ਸਾਂਝਾਂ ਦੀ ਗੱਲ ਕੀਤੀ ਹੈ, ਤੁਸੀਂ ਗੱਲ ਕੀਤੀ ਹੈ ਦਾਹ ਸੰਸਕਾਰਾਂ ਦੀ, ਤੁਸੀਂ ਗੱਲ ਕੀਤੀ ਹੈ ਦਫਨਾਉਣ ਦੀ। ਇਹਦੇ ਵਿੱਚ ਨਾਲ ਜਿਹੜੀ ਹੈ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਨਿਕਲ ਕੇ ਸਾਹਮਣੇ ਆਈ ਹੈ, ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਗੁਰਦੁਆਰਿਆਂ ਦੇ ਵਿੱਚ ਆਕਸੀਜਨ ਦਾ ਲੰਗਰ ਲਾਇਆ ਗਿਆ। ਜਿਹੜੀ ਭੀੜ ਕਿਸੇ ਵੇਲੇ ਸਾੜਨ ਲਈ ਗੁਰਦੁਆਰੇ ਲੱਭ ਰਹੀ ਸੀ, ਅੱਜ ਉਹੀ ਜਾਨ ਬਚਾਉਣ ਲਈ ਗੁਰਦੁਆਰੇ ਲੱਭ ਰਹੀ ਹੈ। ਕੀ ਕਹਿਣਾ ਚਾਹੋਗੇ? ਸਮੇਂ ਦੀ ਜਿਹੜੀ ਇਹ ਗੱਲ ਹੁੰਦੀ ਹੈ ਜੀ, ਜਿਹੜਾ ਇਹ ਭਾਈਚਾਰਾ ਹੈ। ਆਪਾਂ ਕੱਲ 9ਵੇਂ ਪਾਤਸ਼ਾਹ ਦਾ 400 ਸਾਲਾ ਗੁਰਪੁਰਬ ਸੀਗਾ। ਮੈਂ ਤਾਂ ਕੱਲ ਲਿਖਿਆ ਸੀ ਵੀ ਸ੍ਰੀ ਅਨੰਦਪੁਰ ਸਾਹਿਬ ਤੋਂ ਉਹ ਚੱਲਦੇ ਆ ਪੈਦਲ। ਉਹਨਾਂ ਨੂੰ ਪਤਾ ਕਿ ਉੱਥੇ ਜਾ ਕੇ ਹਸ਼ਰ ਕੀ ਹੋਣਾ, ਪਰ ਉਹ ਕਿਉਂਕਿ ਮਹਾਨ ਪੁਰਖ ਸਨ, ਉਹਨਾਂ ਨੇ ਉਹ ਧਾਰ ਲਿਆ ਜਿਹੜਾ ਉਹ ਮਨ ਦੇ ਵਿੱਚ ਕਿ ਮੈਂ ਜਾਣਾ ਔਰ ਉੱਥੇ ਜਾ ਕੇ ਜਿਹੜੀ ਆ ਉਹ ਰੱਖਿਆ ਕਰਨੀ ਹੈ। ਤੋ ਉਹ ਧਰਮ ਹੇਤ ਸਾਕਾ ਜਿਹੜਾ ਸੀਗਾ ਜੀ ਉਹਦਾ ਆਪਾਂ ਜ਼ਿਕਰ ਕਰਕੇ ਹਟਿਆ। ਇਹ ਉਹੋ ਹੀ ਦਿੱਲੀ ਹੈ ਜਿੱਥੇ ਉਹਨਾਂ ਨੇ ਜਾ ਕੇ ਜਿਹੜਾ ਜੀ ਉਹ ਬਚਾਇਆ ਸੀਗਾ। ਅੱਜ ਵੀ ਉਹਦੇ ਫਾਲੋਅਰ ਜਿਹੜੇ ਆ ਨਾ ਜੀ ਉਹ ਬਚਾ ਰਹੇ ਆ। ਇਹ ਇਸ ਗੱਲ ਦੀ ਬੜੀ ਤਸੱਲੀ ਆ ਕਿ ਜੇ ਸਾਰੀ ਚੀਜ਼ ਜਿਹੜੀ ਜੀ ਇਨਸਾਨੀਅਤ, ਦੂਜਾ ਤੀਜਾ ਸਰਕਾਰਾਂ ਮਰ ਗਈਆਂ ਹੋਣ, ਘੱਟੋ ਘੱਟ ਇਹੋ ਜਿਹੇ ਮਹਾਨ ਲੋਕਾਂ ਦੇ ਜਿਹੜੇ ਫਾਲੋਅਰਸ ਨੇ ਉਹ ਜਿਉਂਦੇ ਆ। ਇਹ ਬਹੁਤ ਤਸੱਲੀ ਵਾਲੀ ਜਿਹੜੀ ਉਹ ਗੱਲ ਹੈ। ਅੱਜ ਗੁਰੂ ਨਾਨਕ ਸਾਹਿਬ ਦੀ ਉਹ 20 ਰੁਪਏ ਦੀ ਜਿਹੜੀ FD ਵਾਲੇ ਲੰਗਰ ਨੇ, ਇਹ ਠੀਕ ਆ, ਉਹ ਵੱਖਰੇ ਰੂਪ ਦੇ ਵਿੱਚ ਹੁਣ ਸਾਹਮਣੇ ਆ ਗਏ ਕਿ ਆਕਸੀਜਨ ਦਾ ਲੰਗਰ ਵੀ ਜਿਹੜਾ ਉਹ ਹੋ ਸਕਦਾ। ਥਾਂ ਦੇ ਉੱਤੇ ਭਾਈਚਾਰਾ ਜਿਹੜਾ ਜੀ ਉਹ ਮਦਦ ਕਰ ਰਿਹਾ। ਇਹ ਪ੍ਰਾਊਡ ਵਾਲੀ ਜਿਹੜੀ ਉਹ ਗੱਲ ਹੈ। ਕਿਸੇ ਦੇ ਵਾਸਤੇ ਵੀ ਇਹ ਮਾਣ ਵਾਲੀ ਗੱਲ ਜਿਹੜੀ ਉਹ ਹੋ ਸਕਦੀ ਹੈ ਕਿ ਤੁਸੀਂ ਕਿਉਂਕਿ ਜਿਹੜੇ ਠੂਹਾਂ ਜੇ ਉਹ ਡੰਗ ਮਾਰਨ ਦੀ ਆਦਤ ਨਹੀਂ ਛੱਡਦਾ ਤੇ ਬਚਾਉਣ ਵਾਲੇ ਨੂੰ ਵੀ ਆਦਤ ਆਪਣੀ ਨਹੀਂ ਛੱਡਣੀ ਚਾਹੀਦੀ। ਪਨੂ ਸਾਹਿਬ, ਤੁਸੀਂ ਜ਼ਿਕਰ ਕੀਤਾ ਮਾਣ ਦੀ, ਬੜਾ ਮਾਣ ਵਾਲੀ ਗੱਲ ਹੈ ਕਿ ਜਿਹੜੇ ਆਪਣਾ ਜਿਹੜਾ ਸਿੱਖ ਭਾਈਚਾਰਾ ਉਹ ਜਿਸ ਤਰੀਕੇ ਨਾਲ ਰੋਲ ਨਿਭਾ ਰਿਹਾ ਅਜਿਹੀ ਮਹਾਮਾਰੀ ਦੇ ਦੌਰਾਨ, ਪਰ ਦੂਜੇ ਪਾਸੇ ਬਦਨਾਮੀ ਬਹੁਤ ਹੋ ਰਹੀ ਹੈ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਹੈ, ਖਾਸ ਕਰਕੇ ਹਿੰਦੁਸਤਾਨ ਸਰਕਾਰ ਦੀ, ਮੋਦੀ ਸਾਹਿਬ ਦੀ। ਕੀ ਕਹਿਣਾ ਚਾਹੁੰਦੇ? ਇਹ ਮੇਰੀ ਜਾਚੇ ਇਹ ਸਰਕਾਰ ਦੀ ਬਦਨਾਮੀ ਨਹੀਂ ਗਈ, ਕਿਉਂਕਿ ਸਰਕਾਰ ਦੇ ਵਿੱਚ ਜਦੋਂ ਪਿਛਲੀ ਜਿਹੜੀ 5 ਸਾਲਾਂ ਦੀ ਸਰਕਾਰ ਸੀਗੀ ਉਹਦੇ ਵਿੱਚ ਮੇਰਾ ਖਿਆਲ ਨਹੀਂ ਬਹੁਤੇ ਲੋਕਾਂ ਨੂੰ ਇਹ ਪਤਾ ਹੋਵੇ ਕਿ ਵਿਦੇਸ਼ ਮੰਤਰੀ ਕੌਣ ਸਨ। ਵਿਦੇਸ਼ ਮੰਤਰੀ ਵੈਸੇ ਉਦੋਂ ਸੁਸ਼ਮਾ ਸਵਰਾਜ ਸੀ। ਉਹ ਵਿਚਾਰੇ ਕਿਤੇ ਗਏ ਹੀ ਨਹੀਂ ਵਿਦੇਸ਼ 'ਚ। ਵਿਦੇਸ਼ 'ਚ ਪ੍ਰਧਾਨ ਮੰਤਰੀ ਹੀ ਜਾਂਦੇ ਰਹੇ,
ਸਾਰੇ ਜਗ੍ਹਾ ਦੇ ਉੱਤੇ। ਇਸ ਕਰਕੇ ਪਤਾ ਹੀ ਨਹੀਂ ਲੱਗਿਆ ਬਹੁਤਿਆਂ ਨੂੰ ਵੀ ਵਿਦੇਸ਼ ਮੰਤਰੀ ਉਹ ਸਨ, ਬੜੇ ਸਿਆਣੇ ਆਗੂ ਸਨ ਇਸ ਦੁਨੀਆ ਦੇ ਵਿੱਚੋਂ ਨਹੀਂ ਇਸ ਵੇਲੇ ਹੈਗੇ, ਬਹੁਤ ਸੁਹਿਰਦ ਆਗੂ ਮੰਨੇ ਜਾਂਦੇ ਸਨ। ਉਹਨਾਂ ਦੀਆਂ ਵੀਡੀਓਜ਼ ਤਾਂ ਪਿਛਲੇ ਦਿਨਾਂ 'ਚ ਬੜੀਆਂ ਵਾਇਰਲ ਹੋਈਆਂ, ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਬਾਰੇ ਦੇ ਵਿੱਚ ਉਹ ਕੀ ਬੋਲਦੇ ਸਨ। ਵੱਖਰੀ ਗੱਲ ਆ ਕਿ ਉਦੋਂ ਬੋਲਦੇ ਸੀ ਜਦੋਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਪੋਜੀਸ਼ਨ ਦੇ ਵਿੱਚ ਹੁੰਦੀ ਸੀਗੀ। ਹੁਣ ਸਿਹਤ ਮੰਤਰੀ ਕੌਣ ਨੇ, ਸ਼ਾਇਦ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਨਾ ਪਤਾ ਹੋਵੇ, ਕਿਉਂਕਿ ਜੇ ਸੀਰਮ ਦੇ ਵਿੱਚ ਜਾ ਕੇ ਇਹ ਦੇਖਣਾ ਕਿ ਮੈਡੀਸਨ ਜਿਹੜੀ ਆ ਉਹ ਤਿਆਰ ਹੋ ਰਹੀ ਆ, ਉਹ ਵੀ ਪ੍ਰਧਾਨ ਮੰਤਰੀ ਦੇਖਣਗੇ। ਜੇ ਗੱਲ ਕਰਨੀ ਹੈ ਲੋਕਡਾਊਨ ਦੀ, ਉਹ ਵੀ ਪ੍ਰਧਾਨ ਮੰਤਰੀ ਜਿਹੜਾ ਜੀ ਉਹ ਕਰਨਗੇ। ਛੋਟੀ ਤੋਂ ਛੋਟੀ ਜਿਹੜੀ ਗੱਲ ਹੈ ਉਹ ਕੈਮਰੇ ਦੇ ਮੂਹਰੇ ਉਹੀ ਰਹਿਣਗੇ, ਕਿਸੇ ਨੂੰ ਨਹੀਂ ਜਿਹੜਾ ਜੀ ਉਹ ਆਉਣ ਦੇਣਗੇ। ਤਾਂ ਹੀ ਕਰਕੇ ਸ਼ਾਇਦ ਵਿਚਾਰੇ ਸਿਹਤ ਮੰਤਰੀ ਜਿਹੜੇ ਸੀ ਉਹ ਰਾਮਦੇਵ ਦੇ ਜਾ ਵੜੇ ਵੀ ਚਲੋ ਹੋਰ ਤਾਂ ਨਹੀਂ, ਮੈਂ ਇਹਦੇ ਵਾਲੀ ਦਵਾਈ ਤਾਂ ਰਿਲੀਜ਼ ਕਰਦੇ ਆ, ਉਹ ਉਹਦੇ ਤੁਰੇ ਫਿਰਦੇ ਸੀਗੇ ਜਿਹੜੀ ਦੀ ਉਹ ਦਵਾਈ ਰਿਲੀਜ਼ ਕਰਦੇ, ਇਸੇ ਕਰਕੇ ਹੀ ਸ਼ਾਇਦ। ਔਰ ਉਹਨਾਂ ਦਾ ਨਹੀਂ ਪਤਾ। ਹੁਣ ਜਦੋਂ ਸਾਰਾ ਕੁਝ ਤੁਸੀਂ ਆਪਣੇ ਆਲੇ ਦੁਆਲੇ ਰੱਖ ਲਿਆ, ਉਹ ਇੰਗਲਿਸ਼ ਦੀ ਕਹਾਵਤ ਹੈ ਨਾ ਕਿ ਜਿਹੜੇ ਸਾਰੇ ਆਂਡੇ ਨੇ ਤੁਸੀਂ ਉਹ ਇੱਕ ਬਕਟ ਦੇ ਵਿੱਚ ਰੱਖ ਲਏ, ਤੇ ਹੁਣ ਅਟੈਕ ਵੀ ਉਹਦੇ ਉੱਤੇ ਹੀ ਹੋਣਾ ਸੀ। ਕੋਈ ਸਮਾਂ ਸੀ ਟਾਈਮ ਮੈਗਜ਼ੀਨ ਦੇ ਵਿੱਚ ਮੂਹਰਲੇ ਪੰਨੇ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੀ ਫੋਟੋ ਜਿਹੜੀ ਆਈ ਸੀ ਪਾਵਰਫੁਲ ਬੰਦਿਆਂ ਦੇ ਵਿੱਚ। ਸਮਾਂ ਬਦਲਿਆ, ਕੁਝ ਮਹੀਨੇ ਪਹਿਲਾਂ ਉਸੇ ਟਾਈਮ ਮੈਗਜ਼ੀਨ ਨੇ ਪੰਜਾਬ ਦੇ ਪਿੰਡਾਂ ਦੀਆਂ ਕਿਸਾਨ ਔਰਤਾਂ ਦੀ ਫੋਟੋ ਜਿਹੜੀ ਜੀ ਉਹ ਫਰੰਟ ਪੇਜ ਦੇ ਉੱਤੇ ਲਾਈ, ਉਸੇ ਜਗ੍ਹਾ ਦੇ ਉੱਤੇ। ਸਮਾਂ ਉਦੋਂ ਹੀ ਮੈਂ ਉਹ ਗੱਲ ਫੋਟੋ ਵੀ ਲਿਖੀ ਪਾਈ ਸੀ ਔਰ ਲਿਖੀ ਸੀ ਇਹ ਗੱਲ ਕਿ ਸਮਾਂ ਤਬਦੀਲ ਹੋ ਰਿਹਾ ਤੇਜ਼ੀ ਦੇ ਨਾਲ। ਜੇ ਸਿਆਣੇ ਹੋ ਤੇ ਅਜੇ ਵੀ ਇਸ ਸਮੇਂ ਦੀ ਨਜ਼ਾਕਤ ਨੂੰ ਸਮਝੋ ਕਿ ਆਲੇ ਦੁਆਲੇ ਕੀ ਹੋ ਰਿਹਾ, ਇਹਦਾ ਮਤਲਬ ਕੀ ਹੈ। ਇਹਦਾ ਮਤਲਬ ਬਹੁਤ ਵੱਡਾ। ਤੁਸੀਂ ਨਿਊਯਾਰਕ ਟਾਈਮਜ਼ ਜਿਹੜਾ ਜੀ ਉਹ ਚੁੱਕ ਲਓ, ਦੀ ਗਾਰਡੀਅਨ ਜਿਹੜਾ ਉਹ ਚੁੱਕ ਲਓ, ਬ੍ਰਿਟਨ ਤੋਂ ਛਪਣ ਵਾਲੇ ਅਖਬਾਰ ਜਿਹੜੇ ਉਹ ਲੈ ਲਓ, ਅਮਰੀਕਨ ਅਖਬਾਰ ਲੈ ਲਓ, ਜਿੰਨੇ ਵੀ ਜਿਹੜੇ ਵੱਡੇ ਅਖਬਾਰ ਨੇ ਉਹਨਾਂ ਦੇ ਵਿੱਚ ਧੱਜੀਆਂ ਉਡਾਈਆਂ ਗਈਆਂ ਇਸ ਚੀਜ਼ ਨੂੰ ਲੈ ਕੇ। ਔਰ ਪ੍ਰਧਾਨ ਮੰਤਰੀ ਹੋਰਾਂ ਦੀਆਂ, ਸਰਕਾਰ ਦੀਆਂ ਨਹੀਂ, ਪ੍ਰਧਾਨ ਮੰਤਰੀ ਹੋਰਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਕਿ ਉਹਨਾਂ ਦੇ ਸੰਭਾਲਣ ਦਾ ਜਿਹੜਾ ਉਹ ਤਰੀਕਾ ਕੀ ਸੀ। ਇਹ ਆਖਿਆ ਗਿਆ ਕਿ ਉਹਨਾਂ ਦੇ ਵਾਸਤੇ ਸਿਰਫ ਚੋਣਾਂ ਇੱਕੋ ਇੱਕ ਚੀਜ਼ ਸੀ ਕਿ ਚੋਣਾਂ ਜਿੱਤਣੀਆਂ। ਜਦੋਂ ਪਤਾ ਸੀਗਾ ਦੂਜੀ ਲਹਿਰ ਜਿਹੜੀ ਆ ਉਹ ਇੰਨੀ ਸਟਰੋਂਗ ਆ ਰਹੀ ਹੈ ਤੇ ਇਹ ਚੋਣਾਂ ਟਾਲੀਆਂ ਜਾ ਸਕਦੀਆਂ ਸੀ। ਚਲੋ ਤੁਸੀਂ ਜੇ ਕਰਾਉਣੀਆਂ ਤੇ ਤੁਸੀਂ 12 ਰੈਲੀਆਂ ਜਿਹੜੀਆਂ ਇਕੱਲੇ ਪੱਛਮੀ ਬੰਗਾਲ ਦੇ ਵਿੱਚ ਕੀਤੀਆਂ, 2 ਅਸਮ 'ਚ ਕੀਤੀਆਂ, 14 ਰੈਲੀਆਂ ਕੀਤੀਆਂ। ਤੁਸੀਂ ਰਿਕਾਰਡ ਕੱਢ ਲਓ, ਮੈਂ ਔਨ ਰਿਕਾਰਡ ਗੱਲ ਕਰਦਾ, ਤੁਸੀਂ ਰਿਕਾਰਡ ਕੱਢ ਲਓ, ਕਦੀ ਕਿਸੇ ਸੂਬੇ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਕਿਸੇ ਪ੍ਰਧਾਨ ਮੰਤਰੀ ਨੇ ਇੰਨੀਆਂ ਰੈਲੀਆਂ ਕੀਤੀਆਂ ਹੁਣ ਫੋਰਐਵਰ। ਜਦੋਂ 1947 ਤੋਂ ਬਾਅਦ ਪ੍ਰਧਾਨ ਮੰਤਰੀ ਵਗੈਰਾ ਰੈਲੀਆਂ ਕਰਦੇ ਰਹੇ ਆ, 1 ਰੈਲੀ 2 ਰੈਲੀ ਮੈਕਸਿਮਮ 3, ਇਦੋਂ ਨਹੀਂ ਹੁੰਦੀਆਂ ਸੀ ਜ਼ਿਆਦੀਆਂ। 12 ਰੈਲੀਆਂ ਇਕੱਲੇ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਕੀਤੀਆਂ ਨੇ। ਰੋਡ ਸ਼ੋਅ ਕੀਤੇ ਅਮਿਤ ਸ਼ਾਹ ਹੋਰਾਂ ਨੇ ਕੰਟੀਨਿਊਸ, ਉਹ ਗ੍ਰਹਿ ਮੰਤਰੀ ਨੇ। ਔਰ ਜਿਹੜੇ ਕੋਵਿਡ-19 ਦੇ ਵਾਸਤੇ ਹਦਾਇਤਾਂ ਨੇ ਉਹਨੂੰ ਇੰਪਲੀਮੈਂਟ ਕਿਹਨੇ ਕਰਾਉਣਾ? ਗ੍ਰਹਿ ਮੰਤਰਾਲੇ ਦੀ ਸਾਰੀ ਡਿਊਟੀ ਹੁੰਦੀ ਹੈ ਨਾ। ਬਿਨਾਂ ਕਿਸੇ ਇਹ ਮਾਸਕ ਤੋਂ ਜਿੰਨੇ ਲੋਕ ਉੱਥੇ ਸੀ ਉਹ ਬਿਨਾਂ ਮਾਸਕ ਤੋਂ। ਅੱਜ ਕਿੰਨੇ ਪਰਸੈਂਟ ਜਿਹੜਾ ਜੀ ਉੱਥੇ ਪੋਜ਼ਿਟਿਵ ਆ ਰਹੇ ਨੇ, ਇਹ ਅਜੇ ਤੁਸੀਂ ਥੋੜ੍ਹੇ ਜਿਹੇ ਦਿਨ ਹੋਰ ਖੜੋ ਜੋ, ਅੰਕੜੇ ਤੁਹਾਡੇ ਸਾਹਮਣੇ ਆਉਣਗੇ। ਪੱਛਮੀ ਬੰਗਾਲ ਦੇ, ਅਸਾਮ ਦੇ, ਕੇਰਲਾ ਦੇ, ਤਾਮਿਲਨਾਡੂ ਦੇ, ਪੁਡੂਚੇਰੀ ਦੇ, ਕਿਉਂਕਿ ਇੱਥੇ ਚੋਣ ਰੈਲੀਆਂ ਹੋਈਆਂ ਨੇ। ਔਰ ਜਿਹੜੇ ਦੂਜੇ ਰਾਜਾਂ ਦੇ ਵਿੱਚ ਵਧੇ ਆ ਨਾ, ਉਹ ਮੈਂ ਤੁਹਾਨੂੰ ਦੱਸਿਆ ਬੱਸਾਂ ਤੇ ਟਰੱਕਾਂ ਦੇ ਵਿੱਚ ਭਰ ਕੇ ਲੋਕ ਉੱਤਰ ਪ੍ਰਦੇਸ਼ ਚੋਂ, ਬਿਹਾਰ ਦੇ ਵਿੱਚੋਂ ਇਹ ਲੋਕ ਲਿਜਾਂਦੇ ਰਹੇ ਆ ਰੈਲੀਆਂ ਭਰੀਆਂ ਦਿਖਾਉਣ ਦੇ ਵਾਸਤੇ। ਉਹਨਾਂ ਰੈਲੀਆਂ ਦੇ ਵਿੱਚ ਉਹ ਸ਼ਾਮਲ ਹੋ ਕੇ ਬਿਨਾਂ ਮਾਸਕ ਤੋਂ, ਬਿਨਾਂ ਸੋਸ਼ਲ ਡਿਸਟੈਂਸ ਤੋਂ ਮੁੜ ਕੇ ਉਹਨਾਂ ਹੀ ਵਹੀਕਲ ਦੇ ਵਿੱਚ ਬਹਿ ਕੇ ਆ ਕੇ ਆਪਣੇ ਸੂਬਿਆਂ ਦੇ ਵਿੱਚ ਗਏ। ਬਿਲਕੁਲ, ਇਹ ਹਾਲਾਤ ਜਿਹੜੇ ਨੇ ਇਹ ਤਾਂ ਵੱਧ ਤੋਂ ਬੱਤਰ ਹੋ ਰਹੇ ਨੇ। ਤੇ ਜਿਹੜੀ ਵੈਕਸੀਨ ਹੈਗੀ ਆ ਉਹ ਵੀ ਆਪਣੇ ਆਪ ਦੇ ਵਿੱਚ ਜਿਸ ਰੂਪ ਦੇ ਵਿੱਚ ਵੈਕਸੀਨ, ਜਿਸ ਮਰਜ਼ ਦੇ ਇਲਾਜ ਲਈ ਵੈਕਸੀਨ ਜਿਹੜੀ ਆ ਤਿਆਰ ਕੀਤੀ ਗਈ ਸੀ, ਜਿਸ ਸਟ੍ਰੇਨ ਨੂੰ ਜਿਹੜਾ ਉਹ ਠੀਕ ਕਰਨ ਲਈ ਉਹ ਵੈਕਸੀਨ ਤਿਆਰ ਕੀਤੀ ਗਈ ਸੀ, ਜੇਕਰ ਮਾਹਰ ਡਾਕਟਰਾਂ ਦੀ ਗੱਲ ਮੰਨੀਏ ਤਾਂ ਉਹ ਮਾਹਰਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਵਾਇਰਸ ਹੈ ਜਦੋਂ ਇੱਕ ਸਰੀਰ ਦੇ ਅੰਦਰ ਜਾਂਦਾ ਹੈ ਤਾਂ ਉਸ ਸਰੀਰ ਦੇ DNA ਨੂੰ ਵੀ ਆਪਣੇ ਨਾਲ ਲੈ ਲੈਂਦਾ, ਤੇ ਹਰ ਵਾਰ ਜਦੋਂ ਉਹ ਵਾਇਰਸ ਬਾਹਰ ਨਿਕਲੇਗਾ ਤਾਂ ਉਹਦਾ ਰੂਪ ਜਿਹੜਾ ਉਸਦੇ DNA ਨਾਲ ਮਿਕਸ ਹੋ ਕੇ ਵੱਖਰੇ ਰੂਪ ਦੇ ਵਿੱਚ ਨਿਕਲ ਕੇ ਬਾਹਰ ਆਏਗਾ। ਇਸੇ ਤਰ੍ਹਾਂ 1 2 3 4 100 200 ਤੇ ਜਿਹੜੀ ਵੈਕਸੀਨ ਹੈ ਉਹ ਉਸ ਵਾਇਰਸ ਵਾਸਤੇ ਤਿਆਰ ਕੀਤੀ ਗਈ ਹੈ ਜਿਸ ਵਾਇਰਸ ਦੇ ਲਈ ਉਹਨਾਂ ਨੇ ਟੈਸਟ ਕੀਤਾ ਸੀ। ਤੇ ਹਰ ਵਾਰ ਉਹ ਵੈਕਸੀਨ ਜਦੋਂ ਵਾਇਰਸ ਅੰਦਰ ਜਾਂਦਾ ਉਹ ਨਵੇਂ ਰੂਪ ਦੇ ਵਿੱਚ ਬਾਹਰ ਨਿਕਲ ਕੇ ਸਾਹਮਣੇ ਆਉਂਦਾ, ਦੂਜੇ ਤੱਕ ਸਪਰੈਡ ਹੁੰਦਾ। ਤੇ ਕੀ ਇਹ ਇਲਾਜ ਕਦੇ ਹੋ ਪਾਏਗਾ ਜਾਂ ਫਿਰ ਇਹਦੇ ਲਈ ਕੋਈ ਸਰਕਾਰਾਂ ਦੀਆਂ ਤਿਆਰੀਆਂ ਹਨ? ਤੁਹਾਨੂੰ ਲੱਗਦਾ ਕਿ ਇਸ ਤੱਕ ਕਦੇ ਇਹਦਾ ਹੱਲ ਕੀ ਨਜ਼ਰ ਆ ਰਿਹਾ ਫਿਲਹਾਲ? ਦੇਖੋ, ਹਾਲ ਦੀ ਘੜੀ ਤਾਂ ਕੁਲਵੰਤ ਸਿੰਘ ਜੀ ਕੋਈ ਹੱਲ ਨਹੀਂ ਗਾ। ਇਹਦੇ ਵਿੱਚ ਪ੍ਰੀਕਾਸ਼ਨਸ ਨੇ,
ਸਿਰਫ ਜੇ ਪ੍ਰੀਕਾਸ਼ਨਸ ਜਿਹੜੀਆਂ ਜੀ ਉਹ ਲਈਆਂ ਜਾਣ, ਭੀੜ ਭੜੱਕੇ ਵਾਲੀ ਜਗ੍ਹਾ ਦੇ ਉੱਤੇ ਜਾਣ ਤੋਂ, ਔਰ ਜਿਹੜਾ ਸੋਸ਼ਲ ਡਿਸਟੈਂਸ ਹੈ ਤੇ ਮਾਸਕ ਵਗੈਰਾ, ਹੱਥ ਧੋਂਦੇ ਰਹਿਣਾ, ਉਹੀ ਇਹਦੀਆਂ ਜਿਹੜੀਆਂ ਜੀ ਉਹ ਪ੍ਰੀਕਾਸ਼ਨਸ ਨੇ। ਮੇਰਾ ਖਿਆਲ ਇਦੋਂ ਉੱਪਰ ਤਾਂ ਬਹੁਤਾ ਕੁਝ ਜਿਹੜਾ ਇਹ ਤਾਂ ਸਾਡੇ ਹੱਥ ਵੱਸ ਵੀ ਹੈਗਾ ਜਿਹੜਾ ਅਸੀਂ ਕਰ ਸਕਦੇ ਹਾਂ, ਉਹ ਕਰਦੇ ਰਹੀਏ। ਉਹੀ ਇਹਦਾ ਹਾਲ ਦੀ ਘੜੀ ਜਿਹੜਾ ਜੀ ਉਹ ਇਲਾਜ ਹੈ। ਨੇਚਰ ਹੈ, ਕੁਦਰਤ ਹੈ, ਉਹ ਆਪਣੇ ਹੋਂਦ ਜ਼ਰੂਰ ਦਿਖਾਉਂਦੀ ਹੈ ਕੁਝ ਸਮੇਂ ਤੋਂ ਬਾਅਦ। ਅਸੀਂ ਅਕਸਰ ਉਸ ਕੁਦਰਤ ਨੂੰ ਜਿਹੜਾ ਜੀ ਉਹ ਭੁੱਲ ਜਾਂਦੇ ਹਾਂ। ਪਾਣੀ ਗੰਦੇ ਹੋ ਗਏ, ਅਸੀਂ ਰੁੱਖ ਧੜਾ ਧੜ ਵੱਢੇ। ਸਾਡੇ ਬਜ਼ੁਰਗ, ਮੇਰੇ ਦਾਦਾ ਜੀ, ਫਾਦਰ ਸਾਹਿਬ, ਉਹਨਾਂ ਨੇ ਕਦੀ ਜਿੰਨੀ ਦੇਰ ਤੱਕ ਵਾਹੀ ਕਰਦੇ ਰਹੇ, ਮੁੜ ਕੇ ਤਾਂ ਅਕਵਾਇਰ ਹੋ ਗਈ ਜ਼ਮੀਨ, ਮੰਡੀ ਬਣ ਗਈ ਉੱਥੇ। ਉਹਨਾਂ ਨੇ ਕਦੀ ਜਾਮਨ ਦਾ ਰੁੱਖ, ਸ਼ਤੂਤ ਦਾ ਰੁੱਖ, ਅੰਬ ਦਾ ਰੁੱਖ, ਨਿੰਮਾਂ, ਧਰੇਕਾਂ, ਉਹਨਾਂ ਤੇ ਭੋਰਾ ਵੀ ਟੱਕ ਨਹੀਂ ਸੀ ਲੱਗਣ ਦਿੰਦੇ। ਉਹਨਾਂ ਨੇ ਕਦੀ ਨਹੀਂ ਸੀ ਇਹ ਕਿਹਾ ਕਿ ਛੋਰਾ ਹੁੰਦਾ, ਇੱਥੇ ਫਸਲ ਘੱਟ ਹੁੰਦੀ ਆ। ਉਚੇਚਾ ਪਾਣੀ ਜਦੋਂ ਮੋਟਰ ਚੱਲਦੀ ਸੀ, ਇਹਨਾਂ ਨੂੰ ਉਸ ਹਿਸਾਬ ਨਾਲ ਲਾਇਆ ਹੋਇਆ ਸੀਗਾ ਵੀ ਪਹਿਲਾਂ ਪਾਣੀ ਇਹਨਾਂ ਰੁੱਖਾਂ ਨੂੰ ਜਿਹੜਾ ਉਹ ਜਾਵੇ, ਜਿਹੜੇ ਆਕਸੀਜਨ ਦਿੰਦੇ ਆ। ਅੱਜ ਲੋਕ ਇਹ ਸਮਝਦੇ ਨਹੀਂ, ਪਿੱਪਲ ਪੂਜਿਆ ਜਾਂਦਾ ਸੀ, ਕੁਝ ਲੋਕ ਉਹਨੂੰ ਕਹਿੰਦੇ ਵਹਿਮ ਭਰਮ ਹੈ। ਹੋਊਗਾ, ਕੁਝ ਵਹਿਮ ਭਰਮ ਹੋਊਗਾ। ਪਿੱਪਲ ਇੱਕ ਇਸ ਤਰ੍ਹਾਂ ਦਾ ਰੁੱਖ ਹੈ ਜਿਹੜਾ 24 ਘੰਟੇ ਆਕਸੀਜਨ ਦਿੰਦਾ। ਅੱਜ ਆਕਸੀਜਨ ਦੀ ਘਾਟ ਮਹਿਸੂਸ ਹੋ ਰਹੀ ਹੈ ਨਾ, ਇਹ ਠੀਕ ਹੈ, ਉਹ ਮੈਡੀਕਲ ਆਕਸੀਜਨ ਹੈ। ਨੇਚਰ ਸਾਨੂੰ ਇੱਕ ਵਾਰੀ ਫੇਰ ਜਿਹੜਾ ਜੀ ਉਹ ਮੈਸੇਜ ਦੇ ਰਹੀ ਹੈ ਕਿ ਤੁਸੀਂ ਮੇਰੇ ਨਾਲ ਬਹੁਤ ਪੰਗੇ ਜਿਹੜਾ ਉਹ ਲੈ ਰਹੇ ਹੋ, ਤੁਸੀਂ ਬਹੁਤ ਵੱਡਾ ਖਿਲਵਾੜ ਕਰ ਰਹੇ ਹੋ, ਕਿਸੇ ਜਗ੍ਹਾ ਦੇ ਉੱਤੇ ਰੁੱਖ ਨਹੀਂ ਛੱਡ ਰਹੇ ਤੁਸੀਂ। ਸਾਰੇ ਜਗ੍ਹਾ ਦੇ ਉੱਤੇ ਅਸੀਂ ਦੇ ਤੇਰੇ ਦੀ ਪਹਿਲਾਂ ਸਭ ਤੋਂ ਕੁਹਾੜਾ ਫੜ ਕੇ ਰੁੱਖ ਵੱਢਣ ਵਾਲੇ ਪਾਸੇ ਹੁੰਦੇ ਆ। ਹਾਈਵੇ ਬਣਾਤੇ, ਅਸੀਂ ਕਹਿੰਦੇ ਆ ਜਿੱਥੇ ਪਹਿਲਾਂ 6 ਘੰਟੇ ਲੱਗਦੇ ਸੀ ਹੁਣ 3 ਘੰਟੇ ਲੱਗਦੇ ਆ। ਇਹ ਠੀਕ ਹੈ, 3 ਘੰਟੇ ਉੱਥੇ ਲੱਗਦੇ ਹੋਣਗੇ, ਉਹ ਹਾਈਵੇਜ਼ ਦੇਖਣਾ ਰੁੰਡ ਮਰੁੰਡ ਹਾਈਵੇ ਹੋ ਗਏ। ਸਾਰੇ ਰੁੱਖ ਵੱਢ ਦਿੱਤੇ। ਕੰਪਨੀਆਂ ਨੇ ਲਿਖ ਕੇ ਕੰਟਰੈਕਟ ਕੀਤੇ ਹੋਏ ਆ ਕਿ ਉਹ ਇੰਨੇ ਰੁੱਖ ਲਾਉਣਗੀਆਂ। ਉਹਨਾਂ ਕੰਪਨੀਆਂ ਨੇ ਕਦੇ ਉਹ ਰੁੱਖ ਨਹੀਂ ਲਾਏ ਕਿਉਂਕਿ ਸਰਕਾਰਾਂ ਨੇ ਉਹਨਾਂ ਨੂੰ ਨਹੀਂ ਜਿਹੜਾ ਉਹ ਪੁੱਛਿਆ। ਅੱਜ ਠੀਕ ਹੈ, ਅਮੀਰ ਲੋਕ ਜਿਹੜੇ ਨੇ ਉਹ ਪਾਣੀ ਮੁੱਲ ਲੈ ਕੇ ਪੀ ਲੈਂਦੇ ਆ, ਅਮੀਰ ਲੋਕ ਆਕਸੀਜਨ ਜਿਹੜੀ ਉਹ ਲੱਭ ਲੈਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਆਮ ਬੰਦੇ ਦਾ ਜਿਹੜਾ ਜੀ ਉਹ ਕੀ ਬਣੂਗਾ? ਆਮ ਬੰਦੇ ਨੂੰ ਇਹ ਸੋਚਣਾ ਪਊਗਾ ਆਪਣਾ ਆਲਾ ਦੁਆਲਾ ਜਿਹੜਾ ਉਹ ਸਾਫ਼ ਰੱਖਣ ਦੇ ਵਾਸਤੇ ਕਿੱਥੇ ਜ਼ਿਆਦਾ ਫੈਲ ਰਿਹਾ। ਮੈਂ ਉਹਨਾਂ ਅੰਕੜਿਆਂ 'ਚ ਨਹੀਂ ਪੈਣਾ, ਤੁਹਾਨੂੰ ਸਭ ਨੂੰ ਜਿਹੜਾ ਜੀ ਉਹ ਪਤਾ ਹੈ। ਜੇ ਤੁਸੀਂ ਆਪਣਾ ਆਲਾ ਦੁਆਲਾ ਸਾਫ਼ ਨਾ ਰੱਖਿਆ, ਜੇ ਗੰਦ ਇਸੇ ਤਰੀਕੇ ਨਾਲ ਪਾਉਂਦੇ ਰਹੇ, ਰੁੱਖ ਨਾ ਸਾਂਭੇ, ਸਾਨੂੰ ਇਸ ਤਰ੍ਹਾਂ ਦੀਆਂ ਕਈ ਹੋਰ ਮਹਾਮਾਰੀਆਂ ਦਾ ਸਾਹਮਣਾ ਕਰਨਾ ਪਊਗਾ। ਜਿਹੜਾ ਇਸ ਵੇਲੇ ਡਰ ਜਿਹੜਾ ਉਹ ਚਾਰੇ ਪਾਸੇ ਫੈਲ ਰਿਹਾ, ਤੁਸੀਂ ਇਹ ਕਹਿ ਰਹੇ ਹੋ ਕਿ ਹਰ ਪਾਸੇ ਜਿਹੜੀ ਆ ਉਹ ਦਹਿਸ਼ਤ ਹੈ, ਤੇ ਦਹਿਸ਼ਤ ਇੱਕ ਚੀਜ਼ ਦੀ ਹੋਰ ਹੈ। ਜਾਂਦੇ ਜਾਂਦੇ ਜੇ ਆਪਾਂ ਦੀ ਗੱਲ ਨਾ ਕੀਤੀ ਤਾਂ ਸ਼ਾਇਦ ਇਹ ਗੱਲ ਅਧੂਰੀ ਰਹਿ ਜਾਏਗੀ। ਸ਼ਾਰਟਕਟ 'ਚ ਤੁਸੀਂ ਇਹ ਦੱਸੋਗੇ ਕਿ ਰੌਲਾ ਇੱਕ ਪੈ ਰਿਹਾ ਹੈ ਕਿ ਦੁਬਾਰਾ ਲਾਕਡਾਊਨ ਲੱਗੇਗਾ, ਸਾਰੇ ਪਾਸੋਂ ਬੰਦ ਹੋਣ ਦੇ ਚਾਂਸਿਸ ਆ ਰਹੇ ਨੇ। ਅੱਜ ਵੀ ਜਿਹੜੀ ਅਖਬਾਰਾਂ ਦੀਆਂ ਸੁਰਖੀਆਂ ਰਹੀਆਂ ਨੇ ਕਿ ਜਿਹੜੀ ਰਾਸ਼ਟਰੀ ਪੱਧਰ ਦੀ ਜਿਹੜੀ ਸਿਹਤ ਮਾਮਲਿਆਂ ਦੀ ਜਿਹੜੀ ਕਮੇਟੀ ਹੈਗੀ, ਉਹਨੇ ਪ੍ਰਧਾਨ ਮੰਤਰੀ ਹੋਰਾਂ ਨੂੰ ਜਿਹੜਾ ਸਿਫਾਰਿਸ਼ ਕੀਤੀ ਹੈ ਕਿ ਨੈਸ਼ਨਲ ਲਾਕਡਾਊਨ ਕੀਤਾ ਜਾਵੇ, ਤੇ ਕੋਈ ਲੱਗਣ ਦੀ ਸੰਭਾਵਨਾ ਹੈ? ਕੁਲਵੰਤ ਸਿੰਘ ਜੀ, ਲਾਕਡਾਊਨ ਭਾਰਤ ਵਰਗੇ ਸੂਬੇ ਮੁਲਕ ਦੇ ਵਿੱਚ, ਮਾਫ ਕਰਨਾ, ਇਹ ਠੀਕ ਨਹੀਂ ਰਹੂਗਾ ਜੀ ਇੱਥੇ, ਕਿਉਂਕਿ ਇੰਤਜ਼ਾਮ ਕੋਈ ਨਹੀਂਗਾ। ਜਿਹੜੇ ਤਾਂ ਸਹਿੰਦੇ ਨੇ ਉਹਨਾਂ ਦੇ ਘਰੇ ਦਾਲਾਂ ਵੀ ਪਈਆਂ ਨੇ, ਆਟਾ ਵੀ ਪਿਆ, ਤੇ ਉਹ ਰੋਟੀ ਪਾਣੀ ਖਾ ਲੈਣਗੇ। ਇੱਕ ਉਸ ਮਜ਼ਦੂਰ ਦਾ ਸੋਚੋ ਜਿਹੜਾ ਠੇਲਾ ਲਾਉਂਦਾ, ਜਿਹੜਾ ਰੇਹੜੀ ਦੇ ਉੱਤੇ ਜਿਹੜਾ ਕੁਝ ਵੇਚਦਾ, ਉਹ ਕੁਲਚੇ ਬਣਾਉਣ ਵਾਲਾ ਜਾਂ ਕੋਈ ਵੀ ਫਰੂਟ ਵੇਚਣ ਵਾਲਾ ਹੈ, ਜਿਹੜਾ ਦਿਹਾੜੀ ਕਰਦਾ, ਇੱਟਾਂ ਢੋਂਦਾ ਰਾਜ ਮਿਸਤਰੀ ਦੇ ਨਾਲ ਜਿਹੜਾ ਜੀ, ਉਹ ਤੁਸੀਂ ਨਾ ਕਿਸੇ ਟਾਈਮ ਜਿਹੜੀਆਂ ਆਪਣੇ ਡੇਅਰੀਆਂ ਨੇ ਉਹਨਾਂ ਦੇ ਉੱਤੇ ਦੇਖਣਾ, ਉਹ ਛੋਟੇ ਛੋਟੇ ਪੈਕ ਹੁੰਦੇ ਦਹੀਂ ਦੇ, 10-10 ਰੁਪਏ ਦਾ ਦੁੱਧ ਦਾ, ਦਹੀਂ ਦਾ। ਇਸੇ ਤਰੀਕੇ ਦੇ ਨਾਲ ਜਿਹੜੀਆਂ ਦੁਕਾਨਾਂ ਨੇ ਕਰਿਆਨੇ ਦੀਆਂ, ਉਹਨਾਂ ਦੇ ਉੱਤੇ ਵੀ ਛੋਟੇ ਛੋਟੇ ਪੈਕ ਬਣੇ ਹੁੰਦੇ ਆ। ਉਹ ਅਕਸਰ ਇਹਨਾਂ ਮਜ਼ਦੂਰਾਂ ਦੇ ਵਾਸਤੇ ਹੁੰਦੇ ਆ। ਉਹਨਾਂ ਨੇ ਉਹ ਦਿਹਾੜੀ ਲਈ, ਉਹਨਾਂ ਨੇ ਜਾਂਦੇ ਆ 10 ਦਾ ਦਹੀਂ, 10 ਦਾ ਦੁੱਧ, ਤੇ ਜਿਹੜਾ ਬਾਕੀ ਸਮਾਨ ਆ ਉਹ ਲੈ ਕੇ ਜਾਣਾ। ਉਹ ਵਿਚਾਰੇ ਰੋਜ਼ ਕਮਾ ਕੇ ਖਾਣ ਵਾਲੇ ਨੇ। ਆਪਾਂ ਸਭ ਨੇ ਪਿਛਲੇ ਵਰੇ ਉਹਨਾਂ ਦੇ ਹਾਲਾਤ ਜਿਹੜੇ ਆ ਜੀ ਉਹ ਦੇਖੇ ਆ। ਜੇ ਮੁੜ ਕੇ ਉਹੋ ਜਿਹੇ ਹਾਲਾਤ ਜਿਹੜੇ ਉਹ ਪੈਦਾ ਹੁੰਦੇ ਆ, ਤੇ ਫਿਰ ਮੁਲਕ ਜਿਹੜਾ ਜੀ ਉਹ ਕਿੱਧਰ ਨੂੰ ਜਾਊਗਾ? ਜੇ ਲਾਕਡਾਊਨ ਨੇ ਇੰਨਾ ਅਸਰ ਜਿਹੜਾ ਉਹ ਕਰਨਾ ਹੁੰਦਾ, ਤੇ ਫਿਰ ਇਹ ਸੈਕੰਡ ਵੇਵ ਜਿਹੜੀ ਦੀ ਉਹ ਨਾ ਆਉਂਦੀ। ਉਹ ਸਭ ਤੋਂ ਵੱਡਾ ਲਾਕਡਾਊਨ ਜਿਹੜਾ ਦੁਨੀਆ ਦਾ ਸੀਗਾ, 4 ਘੰਟਿਆਂ ਦੇ ਵਿੱਚ ਜਿਹੜਾ ਉਹ ਲਗਾ ਦਿੱਤਾ ਗਿਆ ਸੀਗਾ। ਮੇਰਾ ਖਿਆਲ ਜਿਹੜੀ ਆ ਮੀਟਿੰਗ ਮੁੱਖ ਮੰਤਰੀ ਹੋਰਾਂ ਨੇ ਲਈ ਆ ਇੱਕ ਦਿਨ ਪਹਿਲਾਂ, ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਲਾਕਡਾਊਨ ਜਿਹੜਾ ਕਿਸੇ ਸਮੱਸਿਆ ਦਾ ਹੱਲ ਨਹੀਂ, ਇਹ ਸੂਬਿਆਂ ਤੇ ਛੱਡ ਦੇਣਾ ਚਾਹੀਦਾ। ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਪਹਿਲਾਂ ਇਹ ਲਾ ਕੇ ਦੇਖ ਲਿਆ ਆਪਣੇ ਤੌਰ ਦੇ ਉੱਤੇ। ਹੁਣ ਦਿੱਲੀ ਬੈਠਿਆਂ ਨੂੰ ਕੀ ਪਤਾ ਜੀ ਕਿ ਪਟਿਆਲੇ ਦਾ ਕਿਹੜਾ ਏਰੀਆ ਜਿਹੜਾ ਉਹ ਕੰਟੇਨਮੈਂਟ ਜ਼ੋਨ ਬਣਾਇਆ ਜਾ ਸਕਦਾ, ਜਾਂ ਕਿਹੜੇ ਏਰੀਆ ਦੇ ਵਿੱਚ ਕਿੱਥੇ ਜ਼ਿਆਦਾ। ਉਹਨਾਂ ਨੂੰ ਕੀ ਪਤਾ ਕਿ ਸਮਾਣੇ ਦੇ ਵਿੱਚ ਕੀ ਆ, ਬਠਿੰਡੇ ਦੇ ਵਿੱਚ ਕੀ ਆ। ਇਹ ਸੂਬਿਆਂ ਦੇ ਉੱਤੇ, ਬਲਕਿ ਡਿਪਟੀ ਕਮਿਸ਼ਨਰਸ ਦੇ ਉੱਤੇ ਜਿਹੜਾ ਜੀ ਉਹ ਛੱਡਣਾ ਚਾਹੀਦਾ। ਦੂਸਰਾ, ਲੋਕਾਂ ਨੂੰ ਜਿਹੜਾ ਜੀ ਉਹ ਸਹਿਯੋਗ ਕਰਨਾ ਚਾਹੀਦਾ। ਜਿੰਨੀਆਂ ਰਿਸਟ੍ਰਿਕਸ਼ਨਸ ਸਰਕਾਰਾਂ ਦੇ ਰਹੀਆਂ ਨੇ, ਲਾ ਰਹੀਆਂ ਨੇ,
ਉਹਨਾਂ ਦਾ ਪਾਲਣ ਕਰਦਿਆਂ ਹੋਇਆ ਖਾਸ ਤੌਰ ਦੇ ਉੱਤੇ 2-4 ਚੀਜ਼ਾਂ ਜਿਹੜੀਆਂ ਤੁਹਾਡੇ ਹੱਥ ਵੱਸ ਨੇ ਉਹ ਕਰਨੀਆਂ ਜਿਹੜੀਆਂ ਉਹ ਬੜੀਆਂ ਜ਼ਰੂਰੀ ਨੇ। ਲੋਕਡਾਊਨ ਕਿਸੇ ਸਮੱਸਿਆ ਦਾ ਹੱਲ ਨਹੀਂ ਜੀ, ਬੇਸ਼ੱਕ ਕੋਈ ਮੇਰੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ, ਮੈਂ ਸਟਰੋਂਗਲੀ ਇਹ ਗੱਲ ਕਹਿਣਾ ਕਿ ਲੋਕਡਾਊਨ ਕਿਸੇ ਸਮੱਸਿਆ ਦਾ ਹੱਲ ਨਹੀਂ। ਲੋਕਡਾਊਨ ਕਿਸੇ ਸਮੱਸਿਆ ਦਾ ਹੱਲ ਨਹੀਂ। ਸੋ ਇਸ ਤੋਂ ਬਲਤੇਜ ਸਿੰਘ ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਜੀ ਸ਼ੁਕਰੀਆ ਜੀ ਮਿਹਰਬਾਨੀ, ਤੁਹਾਡਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੋ ਇਸ ਨੂੰ ਬਲਤੇਜ ਸਿੰਘ ਪੰਨੂ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇੱਕ ਮਹਾਮਾਰੀ ਵਾਲੀ ਸਿਚੁਏਸ਼ਨ 'ਚ ਫਸੇ ਹਾਂ, ਕੌਣ ਉਹਦੇ ਲਈ ਜ਼ਿੰਮੇਵਾਰ ਨੇ, ਅਦਾਲਤਾਂ ਦਾ ਕੀ ਰੋਲ ਰਿਹਾ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਭਾਰਤੀ ਕਿਸ ਤਰੀਕੇ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਦੀ ਬਦਨਾਮੀ ਹੋ ਰਹੀ ਹੈ, ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹਨਾਂ ਸੂਬਿਆਂ ਦੀਆਂ ਸਰਕਾਰਾਂ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉਹ ਕਿਸ ਤਰ੍ਹਾਂ ਦਾ ਨੈਗੇਟਿਵ ਰੋਲ ਅਦਾ ਕਰ ਰਹੀਆਂ ਨੇ, ਅਦਾਲਤਾਂ ਨੇ ਕਿਸ ਤਰੀਕੇ ਨਾਲ ਸਖਤੀ ਅਪਣਾਈ ਹੈ ਤੇ ਉਸ ਤੋਂ ਬਾਅਦ ਸਖਤੀ ਅਪਣਾਉਣ ਤੋਂ ਬਾਅਦ ਸੁਪਰੀਮ ਕੋਰਟ ਦਾ ਉਹਦੇ ਵਿੱਚ ਕੀ ਰੋਲ ਰਿਹਾ, ਕਿਸ ਤਰੀਕੇ ਦੇ ਨਾਲ ਸਰਕਾਰਾਂ ਅੱਜ ਵੀ ਅੜੀਆਂ ਹੋਈਆਂ ਨੇ ਆਪਣੀ ਅੜੀ ਦੇ ਉੱਤੇ, ਆਪਣੀ ਜਿੱਦ ਮਨਾਉਣ ਦੇ ਉੱਤੇ, ਤੇ ਉਹਦਾ ਅੱਗੇ ਨਤੀਜਾ ਕੀ ਨਿਕਲ ਰਿਹਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।